ਕਾਇਆ ਕਲਪ। ਇੱਕ ਪਾਦਰੀ ਇੱਕ ਅਫਰੀਕੀ ਕਬੀਲੇ ਵਿੱਚ ਇਸ ਉਦੇਸ਼ ਲਈ ਭੇਜਿਆ ਗਿਆ ਕਿ ਉਹਨਾਂ ਦੀ ਭਾਸ਼ਾ ਸਿੱਖੇ, ਲਿਪੀ ਉਸਾਰੇ ਅਤੇ ਬਾਈਬਲ ਦਾ ਉਸ ਭਾਸ਼ਾ ਵਿੱਚ ਅਨੁਵਾਦ ਕਰੇ। ਪਾਦਰੀ ਆਉਣ ਤੋਂ ਪਹਿਲਾਂ ਜਿਨ੍ਹਾਂ ਲੋਕਾਂ ਨੂੰ ਉਜੜ ਅਤੇ ਜਾਲ ਸਮਝਦਾ ਸੀ, ਉਹ ਤਾਂ ਬੜੇ ਗੁਣੀ ਗਿਆਨੀ ਪ੍ਰਤੀਤ ਹੋਏ। ਉਹ ਪੰਛੀਆਂ ਦੀਆਂ ਆਵਾਜ਼ਾਂ ਤੋਂ ਮੀਂਹ ਪੈਣ ਦੀ ਸੂਚਨਾ ਪ੍ਰਾਪਤ ਕਰ ਲੈਂਦੇ ਸਨ। ਉਹ ਪੰਛੀਆਂ ਦੀ ਭਾਸ਼ਾ ਸਮਝਦੇ ਸਨ। ਉਹਨਾਂ ਦੀ ਆਪਣੀ ਸੰਚਾਰ ਪ੍ਰਣਾਲੀ ਅਤੇ ਚਿਕਿਤਸਾ ਵਿਧੀ ਸੀ। ਇੱਕ ਵਾਰੀ ਉਹ ਜੰਗਲ ਵਿੱਚੋਂ ਝਾੜੀਆਂ ਕਾਰਨ ਬੜੀ ਮੁਸ਼ਕਿਲ ਨਾਲ ਲੰਘਿਆ, ਪਰ ਕਬੀਲੇ ਦੇ ਲੋਕ ਦੌੜਦੇ ਲੰਘ ਜਾਂਦੇ ਸਨ, ਜਿਵੇਂ ਝੂਟੇ ਲੈ ਰਹੇ ਹੋਣ। ਕਬੀਲੇ ਦੇ ਲੋਕਾਂ ਨੂੰ ਸਾਰੇ ਪੌਦਿਆਂ ਅਤੇ ਉਹਨਾਂ ਦੇ ਗੁਣਾਂ ਦੋਸ਼ਾਂ ਦਾ ਪਤਾ ਸੀ। ਇਸ ਸਭ ਕੁਝ ਨਾਲ ਪਾਦਰੀ ਹੈਰਾਨ ਹੁੰਦਾ ਸੀ ਅਤੇ ਉਸਨੂੰ ਆਪਣਾ ਵਿਹਾਰ ਬੁੱਧੂਆਂ ਵਰਗਾ ਲੱਗਦਾ ਸੀ। ਕਬੀਲੇ ਦੇ ਜੀਵਨ ਨੂੰ ਪਾਦਰੀ ਨੇ ਨਵੀਆਂ ਅੱਖਾਂ, ਨਵੇਂ ਕੰਨਾਂ, ਨਵੀਂ ਸੋਝੀ ਨਾਲ ਜਾਣਨਾ ਆਰੰਭ ਕੀਤਾ। ਪਾਦਰੀ ਉਹਨਾਂ ਵਿੱਚ ਉਹਨਾਂ ਵਾਂਗ ਰਹਿਣ ਲੱਗ ਪਿਆ ਅਤੇ ਬਿਨਾਂ ਯਤਨ ਹੀ ਉਹ ਉਹਨਾਂ ਦੀ ਭਾਸ਼ਾ ਸਿੱਖ ਗਿਆ। ਉਹ ਜਾਣ ਗਿਆ ਕਿ ਕੁਦਰਤ ਨਾਲ ਇੱਕ ਸੌਖਾ ਸੁਖਾਲਾ ਜੀਵਨ ਜਿਉਣ ਵਾਲੇ ਇਹਨਾਂ ਲੋਕਾਂ 'ਤੇ ਬਾਈਬਲ ਅਤੇ ਈਸਾਈ ਧਰਮ ਠੋਸਣ ਨਾਲ ਇਹਨਾਂ ਦਾ ਜੀਵਨ ਲੀਹ ਤੋਂ ਉਤਰ ਜਾਏਗਾ। ਇਹਨਾਂ ਸਾਰੇ ਕਾਰਨਾਂ ਕਰਕੇ ਪਾਦਰੀ ਦਾ ਈਸਾਈ ਧਰਮ ਵਿੱਚ ਆਪਣਾ ਵਿਸ਼ਵਾਸ ਡੋਲ ਗਿਆ। ਪਾਦਰੀ ਨੇ ਕਬੀਲੇ ਦਾ ਜੀਵਨ ਅੰਦਰੋਂ ਅਪਣਾ ਲਿਆ ਸੀ, ਜਿਸ ਕਾਰਨ ਉਸਨੂੰ ਗਿਰਜਿਆਂ ਵਿੱਚ ਦਿੱਤੇ ਜਾਂਦੇ ਵਿਖਿਆਨ ਖੋਖਲੇ ਅਤੇ ਈਸਾਈ ਜੀਵਨ ਜਾਚ ਹੀਣੀ ਲੱਗੀ। ਉਹ ਕਬੀਲੇ ਦੀ ਜੀਵਨ ਜਾਚ ਅਤੇ ਸੋਚ ਬਦਲਣ ਆਇਆ ਸੀ, ਪਰ ਉਸਦੀ ਆਪਣੀ ਸੋਚ ਅਤੇ ਜ਼ਿੰਦਗੀ ਬਦਲ ਗਈ ਸੀ। ਸੰਪੂਰਨ ਕਾਇਆ ਕਲਪ ਵਾਪਰ ਗਿਆ ਸੀ। ਧੰਨਵਾਦ। ਅਕਲ ਦਾ ਮਹੱਤਵ। ਗਿਆਨ ਸਾਨੂੰ ਬਹੁਤੀ ਦੂਰ ਨਹੀਂ ਲੈ ਜਾ ਸਕਦਾ। ਗਿਆਨ ਸਾਨੂੰ ਅਧਿਆਪਕਾਂ ਅਤੇ ਪੁਸਤਕਾਂ ਤੋਂ ਅਰਥਾਤ ਬਾਹਰੋਂ ਪ੍ਰਾਪਤ ਹੁੰਦਾ ਹੈ ਅਤੇ ਇਹ ਫਾਰਮੂਲਿਆਂ 'ਤੇ ਉਸਰਿਆ ਹੁੰਦਾ ਹੈ। ਅਕਲ ਗਿਆਨ ਨਾਲੋਂ ਵੱਡੀ ਹੁੰਦੀ ਹੈ। ਜਿੱਥੇ ਗਿਆਨ ਨਹੀਂ ਲੈ ਜਾ ਸਕਦਾ, ਉੱਥੇ ਅਕਲ ਕੰਮ ਕਰਦੀ ਹੈ। ਆਲੇ ਦੁਆਲੇ ਵਿੱਚ ਵਿਚਰਨ ਅਤੇ ਅੱਖਾਂ, ਕੰਨ, ਹੱਥ ਆਦਿ ਵਰਤਣ ਨਾਲ ਅਕਲ ਪ੍ਰਾਪਤ ਹੁੰਦੀ ਹੈ। ਗਿਆਨ ਕਿਸੇ ਵਿਸ਼ੇਸ਼ ਵਿਸ਼ੇ ਜਾਂ ਖੇਤਰ ਨਾਲ ਸੰਬੰਧਿਤ ਹੁੰਦਾ ਹੈ, ਪਰ ਜੇ ਗਿਆਨਵਾਨ ਕੋਲ ਅਕਲ ਨਾ ਹੋਵੇ ਤਾਂ ਉਹ ਹਾਸੋਹੀਣੀਆਂ ਗੱਲਾਂ ਕਰੇਗਾ। ਕਈ ਵਿਦਵਾਨਾਂ ਦੀਆਂ ਪਤਨੀਆਂ ਅਨਪੜ੍ਹ ਹੁੰਦੀਆਂ ਹਨ, ਪਰ ਆਪਣੀ ਅਕਲ ਕਾਰਨ ਉਹ ਵਿਦਵਾਨਾਂ ਦੀ ਪ੍ਰੇਰਨਾ ਬਣ ਜਾਂਦੀਆਂ ਹਨ। ਪਿੰਡਾਂ ਦੇ ਅਨਪੜ੍ਹ ਲੋਕਾਂ ਕੋਲ ਅਕਲ ਦੇ ਖਜ਼ਾਨੇ ਹੁੰਦੇ ਹਨ, ਜਿਨ੍ਹਾਂ ਨਾਲ ਉਹ ਅਨਪੜ੍ਹ ਹੋਣ ਦੇ ਬਾਵਜੂਦ ਬੜਾ ਸਾਰਥਕ ਜੀਵਨ ਜਿਉਂਦੇ ਹਨ। ਧੰਨਵਾਦ। ਪ੍ਰੇਰਨਾ। ਜਦੋਂ ਇਕਲੌਤੀ ਸੰਤਾਨ ਮਰ ਜਾਂਦੀ ਹੈ ਤਾਂ ਲੰਮੇ ਅਰਸੇ ਤੱਕ ਸਮਝ ਨਹੀਂ ਆਉਂਦੀ ਕਿ ਮੁੱਲਵਾਨ ਕੀ ਹੈ, ਕਿਉਂਕਿ ਨਿਰੰਤਰ ਮਹਿਸੂਸ ਹੁੰਦਾ ਰਹਿੰਦਾ ਹੈ ਕਿ ਮੁੱਲਵਾਨ ਤਾਂ ਗਵਾਚ ਗਿਆ ਹੈ। ਇੱਕ ਵੱਡੀ ਵਰਕਸ਼ਾਪ ਦਾ ਮਾਲਕ ਆਪਣੇ ਇਕਲੌਤੇ ਜਵਾਨ ਇੰਜੀਨੀਅਰ ਪੁੱਤਰ ਨਾਲ ਰਲ ਕੇ ਕਾਰਖਾਨਾ ਖੋਲ੍ਹਣਾ ਚਾਹੁੰਦਾ ਸੀ। ਕੰਮ ਆਰੰਭ ਹੋ ਗਿਆ ਸੀ। ਕਾਰਖਾਨੇ ਦਾ ਬੋਰਡ ਲੱਗ ਗਿਆ ਸੀ। ਅਚਾਨਕ ਪੁੱਤਰ ਦੀ ਇੱਕ ਹਾਦਸੇ ਵਿੱਚ ਮੌਤ ਹੋ ਗਈ ਅਤੇ ਨਾਲ ਹੀ ਕਾਰਖਾਨਾ ਮਰ ਗਿਆ। ਸੰਤਾਨ ਪ੍ਰੇਰਨਾ ਹੁੰਦੀ ਹੈ। ਪ੍ਰੇਰਨਾ ਦੇ ਮੁੱਕ ਜਾਣ ਨਾਲ ਜਿਉਣ ਦਾ ਚਾਅ ਵੀ ਮੁੱਕ ਜਾਂਦਾ ਹੈ। ਧੰਨਵਾਦ। ਮਨ ਦੀ ਸ਼ਾਂਤੀ। ਕਿਸੇ ਵੱਲੋਂ ਨਾਰਾਜ਼ਗੀ ਪ੍ਰਗਟਾਉਣ ਅਤੇ ਮੁਆਫ਼ੀ ਮੰਗਣ ਲਈ ਕਹਿਣ ਤੋਂ ਪਹਿਲਾਂ ਹੀ ਮੁਆਫ਼ੀ ਮੰਗ ਲਓ। ਕੋਈ ਵੀ ਰੁਤਬਾ ਆਪਣੀ ਖੁਸ਼ੀ ਅਤੇ ਮਨ ਦੀ ਸ਼ਾਂਤੀ ਨਾਲੋਂ ਵੱਡਾ ਨਹੀਂ ਹੁੰਦਾ। ਆਪਣੀ ਭੁੱਲ ਮੰਨਣ ਅਤੇ ਆਪਣੀ ਇੱਛਾ ਨਾਲ ਸਰਲ ਅਤੇ ਸਪਸ਼ਟ ਮੁਆਫ਼ੀ ਮੰਗਣ ਉਪਰੰਤ ਵੀ ਜੇ ਉਹ ਨਾਰਾਜ਼ ਹੀ ਰਹਿੰਦੇ ਹਨ, ਰਹਿਣ ਦਿਓ। ਤੁਸੀਂ ਆਪਣਾ ਫਰਜ਼ ਨਿਭਾ ਦਿੱਤਾ ਹੈ, ਸੁਹਿਰਦਤਾ ਪ੍ਰਗਟਾ ਦਿੱਤੀ ਹੈ। ਉਸਨੇ ਆਪਣਾ ਫਰਜ਼ ਨਹੀਂ ਨਿਭਾਇਆ, ਹੌਲੀ ਹੌਲੀ ਉਹਦੇ ਮਨ ਵਿੱਚੋਂ ਕੁੜੱਤਣ ਜਾਂਦੀ ਰਹੇਗੀ ਅਤੇ ਉਸਨੂੰ ਆਪਣਾ ਫਰਜ਼ ਨਾ ਨਿਭਾਉਣ ਦਾ ਪਛਤਾਵਾ ਹੋਏਗਾ। ਧੰਨਵਾਦ। ਸਮੇਂ ਦਾ ਹਾਣੀ। ਅਜੋਕੇ ਯੁੱਗ ਵਿੱਚ ਵਿਗਿਆਨਕ ਸੋਚ ਧਾਰਮਿਕ ਜਾਂ ਆਤਮਿਕ ਸੋਚ ਤੋਂ ਬਹੁਤ ਅਧਿਕ ਸਰਗਰਮ ਹੈ। ਜੋ ਕੁਝ ਨਵਾਂ ਕਿਹਾ ਜਾਂ ਕੀਤਾ ਜਾ ਰਿਹਾ ਹੈ, ਉਹ ਵਿਗਿਆਨ ਅਤੇ ਤਕਨਾਲੋਜੀ ਦੇ ਖੇਤਰ ਵਿੱਚ ਹੀ ਵਾਪਰ ਰਿਹਾ ਹੈ। ਆਤਮਕ ਖੇਤਰ ਵਿੱਚ ਜਾਣੀਆਂ ਪਛਾਣੀਆਂ ਅਤੇ ਪੁਰਾਣੀਆਂ ਗੱਲਾਂ ਹੀ ਦੁਹਰਾਈਆਂ ਜਾ ਰਹੀਆਂ ਹਨ। ਸੁਭਾਵਿਕ ਹੈ ਕਿ ਨਵੇਂ ਅਤੇ ਪੁਰਾਣੇ ਦੀ ਦੌੜ ਵਿੱਚ ਪੁਰਾਣਾ ਪਛੜੇਗਾ।
ਜੇ ਧਰਮ ਨੇ ਸਾਰਥਕ ਰਹਿਣਾ ਹੈ ਤਾਂ ਇਸ ਨੂੰ ਨਵੀਆਂ ਪ੍ਰਸਥਿਤੀਆਂ ਅਨੁਸਾਰ ਬਦਲਣਾ ਪਏਗਾ ਅਤੇ ਸਮੇਂ ਦਾ ਹਾਣੀ ਬਣਨਾ ਪਏਗਾ। ਧੰਨਵਾਦ। ਸਮਰੱਥਾ। ਸਮਾਜ ਵਿੱਚ ਜੇ ਸਿਆਣਿਆਂ ਦੀ ਗਿਣਤੀ ਦੁੱਗਣੀ ਹੋ ਜਾਏ ਤਾਂ ਸਮਾਜ ਦੁੱਗਣੀ ਤਰੱਕੀ ਨਹੀਂ ਕਰਨ ਲੱਗ ਜਾਏਗਾ, ਸਗੋਂ ਸਮਾਜ ਵਿੱਚ ਸਮੱਸਿਆਵਾਂ ਕਈ ਗੁਣਾ ਵੱਧ ਜਾਣਗੀਆਂ। ਜੇ ਗੱਡੀਆਂ ਦੁੱਗਣੀ ਰਫ਼ਤਾਰ 'ਤੇ ਚੱਲਣ ਲੱਗ ਪੈਣ ਤਾਂ ਇਹ ਅੱਧੇ ਵਕਤ ਵਿੱਚ ਨਹੀਂ ਪਹੁੰਚਣਗੀਆਂ, ਸਗੋਂ ਦੁਰਘਟਨਾਵਾਂ ਕਈ ਗੁਣਾ ਵੱਧ ਜਾਣਗੀਆਂ। ਜੇ ਹਰੇਕ ਪੁਰਸ਼ ਨਾਲ 2 ਇਸਤਰੀਆਂ ਅਤੇ ਹਰੇਕ ਇਸਤਰੀ ਨਾਲ 2 ਪੁਰਸ਼ ਵਿਆਹੇ ਜਾਣ ਤਾਂ ਇਸਤਰੀਆਂ ਪੁਰਸ਼ਾਂ ਦੇ ਸੁੱਖ ਦੁੱਗਣੇ ਨਹੀਂ ਹੋ ਜਾਣਗੇ, ਦੁੱਖ ਅਤੇ ਝਗੜੇ ਕਈ ਗੁਣਾ ਵੱਧ ਜਾਣਗੇ। ਜੇ ਪੁਲਿਸ ਦੁੱਗਣੀ ਕਰ ਦਿੱਤੀ ਜਾਵੇ ਤਾਂ ਜੁਰਮ ਅੱਧੇ ਨਹੀਂ ਰਹਿ ਜਾਣਗੇ, ਪੁਲਿਸ ਹੀ ਜੁਰਮ ਕਰਨ ਲੱਗ ਪਏਗੀ। ਸਾਡੇ ਸਮਾਜ ਵਿੱਚ ਕੁਝ ਹੋਰ ਸਿਆਣਿਆਂ, ਕੁਝ ਹੋਰ ਵਿਆਹਿਆਂ, ਕੁਝ ਹੋਰ ਰਫ਼ਤਾਰ ਅਤੇ ਕੁਝ ਹੋਰ ਸਿਪਾਹੀਆਂ ਦੀ ਹੀ ਸਮਰੱਥਾ ਹੈ, ਦੁੱਗਣਿਆਂ ਦੀ ਨਹੀਂ। ਧੰਨਵਾਦ। ਸਸਤੀਆਂ ਮਹਿੰਗੀਆਂ। ਹੀਰੇ ਕਿਸੇ ਦੀ ਲੋੜ ਨਹੀਂ ਹੁੰਦੀ, ਪਰ ਇਹ ਮਹਿੰਗੇ ਹੋਣ ਕਰਕੇ ਵਿਕਦੇ ਹਨ। ਇਸਤਰੀਆਂ ਨੂੰ ਮਹਿੰਗੇ ਹੋਣ ਕਰਕੇ ਹੀਰੇ ਖਿੱਚ ਪਾਉਂਦੇ ਹਨ। ਹੀਰਿਆਂ ਦੀ ਕੀਮਤ ਅਮੀਰ ਔਰਤਾਂ ਲਈ ਇੱਕ ਚੁਣੌਤੀ ਬਣ ਜਾਂਦੀ ਹੈ ਅਤੇ ਹਰ ਇਸਤਰੀ ਇਹਨਾਂ ਲਈ ਤਾਂਘਣ ਲੱਗ ਪੈਂਦੀ ਹੈ। ਉਹ ਭਾਵੇਂ ਸਭ ਤੋਂ ਮਹਿੰਗਾ ਹੀਰਾ ਨਾ ਖਰੀਦ ਸਕੇ, ਪਰ ਉਹ ਕੋਈ ਹੀਰਾ ਜ਼ਰੂਰ ਖਰੀਦਦੀ ਹੈ। ਹੀਰੇ ਹੀ ਨਹੀਂ, ਸਾਰੀਆਂ ਮਹਿੰਗੀਆਂ ਚੀਜ਼ਾਂ ਐਵੇਂ ਵਿਕਦੀਆਂ ਹਨ। ਇਸਤਰੀਆਂ ਬਦਾਮਾਂ, ਕਾਜੂਆਂ, ਦੇਸੀ ਘਿਓ ਵਾਲਾ 1000 ਰੁਪਏ ਕਿੱਲੋ ਵਾਲਾ ਹਲਵਾ ਖਰੀਦ ਲੈਣਗੀਆਂ, ਪਰ ਗਾਜਰਾਂ ਉਦੋਂ ਤੱਕ ਨਹੀਂ ਖਰੀਦਦੀਆਂ ਜਦੋਂ ਤੱਕ ਇਹ 20 ਰੁਪਏ ਦੀਆਂ 1.5 ਕਿੱਲੋ ਨਾ ਹੋ ਜਾਣ। ਚੰਗੀਆਂ ਚੀਜ਼ਾਂ ਸਸਤੀਆਂ ਹੋਣ 'ਤੇ ਹੀ ਵਿਕਦੀਆਂ ਹਨ, ਜਦੋਂ ਕਿ ਫਜ਼ੂਲ ਚੀਜ਼ਾਂ ਮਹਿੰਗੀਆਂ ਹੋਣ ਕਰਕੇ ਖਰੀਦੀਆਂ ਜਾਂਦੀਆਂ ਹਨ। ਧੰਨਵਾਦ। ਅਕਲ। ਕਈ ਵਾਰੀ ਕਿਸੇ ਵਿੱਚ ਸਾੜਾ ਉਪਜਾ ਕੇ ਲਾਭ ਉਠਾਇਆ ਜਾਂਦਾ ਹੈ। ਨਵੇਂ ਮੰਦਰ ਲਈ ਚੰਦਾ ਲੈਣ ਵਾਲੀ ਇੱਕ ਟੋਲੀ ਨੇ ਸੇਠ ਦੀਨਾਨਾਥ ਨੂੰ ਕਿਹਾ। ਸੇਠ ਚਰਨਜੀ ਲਾਲ ਨੇ 1 ਲੱਖ ਰੁਪਇਆ ਦਿੱਤਾ ਹੈ। ਦੀਨਾਨਾਥ ਚਰਨਜੀ ਲਾਲ ਤੋਂ ਪਿੱਛੇ ਕਿਵੇਂ ਰਹੇ? ਉਹਨੇ 1.5 ਲੱਖ ਦਿੱਤਾ। ਚੰਦਾ ਉਗਰਾਉਣ ਵਾਲੀ ਇਹੀ ਟੋਲੀ ਇੱਕ ਹੋਰ ਸੇਠ ਕੋਲ ਗਈ ਅਤੇ ਕਿਹਾ, ਦੀਨਾਨਾਥ ਤੇ ਚਰਨਜੀ ਲਾਲ ਨੇ ਇੰਨਾ ਦਿੱਤਾ ਹੈ। ਇਹ ਸੇਠ ਬਾਣੀਆ ਸੀ, ਸਿਆਣਾ ਸੀ। ਇਹਨੇ ਦੋਹਾਂ ਸੇਠਾਂ ਦਾ ਨਾਂ ਸਤਿਕਾਰ ਨਾਲ ਲਿਆ ਅਤੇ ਕਿਹਾ ਕਿ ਮੈਂ ਉਹਨਾਂ ਦੀ ਬਰਾਬਰੀ ਕਿਵੇਂ ਕਰ ਸਕਦਾ? ਉਹਨਾਂ ਦੀ ਬਰਾਬਰੀ ਕੋਈ ਨਹੀਂ ਕਰ ਸਕਦਾ। ਉਹਨੇ ਕੇਵਲ 10,000 ਹੀ ਦਿੱਤਾ। ਇਹ ਅੰਤਰ ਸਤਿਕਾਰ ਪ੍ਰਗਟਾਉਣ ਦੇ ਨਾਲ ਨਾਲ ਅਕਲ ਵਰਤਣ ਕਾਰਨ ਸੀ। ਧੰਨਵਾਦ। ਬਾਜ਼ਾਰੀ ਵਿਹਾਰ। ਜਿੱਥੇ ਸਮਾਜਿਕ ਨੇਮ ਲਾਗੂ ਹੋਣੇ ਚਾਹੀਦੇ ਹਨ, ਉੱਥੇ ਬਾਜ਼ਾਰੀ ਨੇਮ ਲਾਗੂ ਨਹੀਂ ਹੁੰਦੇ। ਅਸੀਂ 2 ਸੰਸਾਰਾਂ 'ਚ ਵਿਚਰਦੇ ਹਾਂ। ਬਾਜ਼ਾਰੀ ਨੇਮਾਂ ਵਾਲੇ ਜੀਵਨ ਵਿੱਚ ਨਿੱਘ ਨਹੀਂ ਹੁੰਦਾ। ਇੱਕ ਸੱਸ ਨੇ ਧੀ ਜਵਾਈ ਲਈ ਪਹਿਲੀ ਦੀਵਾਲੀ ਦੇ ਅਵਸਰ 'ਤੇ ਡਿਨਰ ਤਿਆਰ ਕੀਤਾ, ਜਿਹੜਾ ਸਾਰਿਆਂ ਨੇ ਮਾਣਿਆ। ਜਵਾਈ ਨੇ ਕਿਹਾ, ਤੁਸੀਂ ਬੜਾ ਖਰਚ ਕੀਤਾ ਹੈ, 800-900 ਰੁਪਏ ਲੱਗੇ ਹੋਣਗੇ, ਮੈਂ ਤੁਹਾਨੂੰ 1000 ਰੁਪਏ ਦੇਵਾਂਗਾ। ਸੱਸ ਨਾਰਾਜ਼ ਹੋ ਗਈ, ਪਤਨੀ ਵੀ ਹੋਈ, ਸਹੁਰੇ ਨੇ ਤਾਂ ਹੋਣਾ ਹੀ ਸੀ। ਧੰਨਵਾਦ ਦੀ ਹੀ ਲੋੜ ਸੀ, ਖੁਸ਼ੀ ਪ੍ਰਗਟਾਉਣ ਦੀ ਹੀ ਲੋੜ ਸੀ। ਕੋਈ ਛੋਟਾ ਤੋਹਫਾ ਲੈ ਆਉਂਦਾ, ਪਸੰਦ ਕੀਤਾ ਜਾਣਾ ਸੀ, ਪਰ ਉਹਨੇ ਆਪਣੀ ਮੂਰਖਤਾ ਪਰੋਸ ਦਿੱਤੀ ਸੀ। ਉਜਰਤ, ਕੀਮਤ, ਕਿਰਾਇਆ, ਖਰਚਾ, ਵਿਆਜ, ਲਾਗਤ, ਲਾਭ, ਘਾਟਾ ਸਭ ਬਾਜ਼ਾਰੀ ਸ਼ਬਦ ਹਨ। ਧੰਨਵਾਦ। ਦੁਚਿੱਤੀ। ਜਿਹੜੀਆਂ ਕੰਪਨੀਆਂ ਕੋਈ ਚੀਜ਼ ਖਰੀਦਣ ਉਪਰੰਤ 1 ਮਹੀਨੇ ਵਿੱਚ ਉਹਨੂੰ ਮੋੜਨ ਜਾਂ ਬਦਲਣ ਦੀ ਸਹੂਲਤ ਦਿੰਦੀਆਂ ਹਨ, ਉਹ ਵਾਸਤਵ ਵਿੱਚ ਖਰੀਦਾਂ ਕਿ ਨਾ ਖਰੀਦਾਂ ਦੀ ਦੁਚਿੱਤੀ ਵਾਲੇ ਗਾਹਕਾਂ ਦੀ ਦੁਚਿੱਤੀ ਤੋੜਨ ਲਈ ਹੁੰਦੀਆਂ ਹਨ। ਨਵਾਂ ਸੋਫਾ ਨਵਾਂ ਹੋਣ ਕਰਕੇ ਚੰਗਾ ਲੱਗਦਾ ਹੈ ਅਤੇ ਕੋਈ ਮੋੜਨ ਬਾਰੇ ਨਹੀਂ ਸੋਚਦਾ। ਹੁਣ ਕੰਪਨੀਆਂ ਇੱਕ ਮਨੋਵਿਗਿਆਨਕ ਪੈਂਤੜਾ ਵਰਤਦੀਆਂ ਹਨ, ਜਿਸ ਅਨੁਸਾਰ ਸੋਫਾ ਜਾਂ ਹੋਰ ਭਾਰੀ ਵੱਡੀ ਚੀਜ਼ ਤੁਹਾਡੇ ਘਰ ਮੁਫਤ ਪਹੁੰਚਾਈ ਜਾਂਦੀ ਹੈ। ਜੇ ਤੁਸੀਂ ਮੋੜਨ ਬਦਲਣ ਬਾਰੇ ਸੋਚੋਗੇ ਤਾਂ ਸਮਾਨ ਆਪਣੇ ਖਰਚੇ 'ਤੇ ਲੈ ਜਾਣਾ ਅਤੇ ਲੈ ਆਉਣਾ ਪਏਗਾ। ਕਿਸੇ ਕੋਲ ਇੰਨਾ ਵਕਤ ਨਹੀਂ ਹੁੰਦਾ, ਕਿਸੇ ਤੋਂ ਇੰਨੀ ਖੇਚਲ ਨਹੀਂ ਹੁੰਦੀ, ਕੋਈ ਇੰਨਾ ਖਰਚਾ ਕਰਨ ਲਈ ਤਿਆਰ ਨਹੀਂ ਹੁੰਦਾ। ਧੰਨਵਾਦ। ਦਿਲ ਦੀ ਅਮੀਰੀ।
ਲੰਡਨ ਦੀਆਂ ਓਲੰਪਿਕਸ ਵਿੱਚ ਹਰਿਆਣੇ ਦੇ ਯੋਗੇਸ਼ਵਰ ਦੱਤ ਨੇ ਕਾਂਸੀ ਦਾ ਤਮਗਾ ਅਤੇ ਰੂਸੀ ਪਹਿਲਵਾਨ ਨੇ ਚਾਂਦੀ ਦਾ ਤਮਗਾ ਜਿੱਤਿਆ ਸੀ। 4 ਸਾਲ ਮਗਰੋਂ ਡੋਪ ਟੈਸਟ ਸੰਬੰਧੀ ਆਏ ਨਿਰਣੇ ਨਾਲ ਰੂਸੀ ਪਹਿਲਵਾਨ ਦਾ ਚਾਂਦੀ ਦਾ ਤਮਗਾ ਮਨਸੂਖ ਹੋ ਗਿਆ ਸੀ ਅਤੇ ਯੋਗੇਸ਼ਵਰ ਦੱਤ ਚਾਂਦੀ ਦੇ ਇਸ ਤਮਗੇ ਦਾ ਹੱਕਦਾਰ ਹੋ ਗਿਆ ਸੀ। ਉਦੋਂ ਤੱਕ ਰੂਸੀ ਪਹਿਲਵਾਨ ਦੀ ਮੌਤ ਹੋ ਚੁੱਕੀ ਸੀ। ਯੋਗੇਸ਼ਵਰ ਦੱਤ ਨੇ ਚਾਂਦੀ ਦੇ ਤਮਗੇ ਦਾ ਸਰਟੀਫਿਕੇਟ ਲੈ ਲਿਆ, ਪਰ ਚਾਂਦੀ ਦਾ ਤਮਗਾ ਇਹ ਕਹਿ ਕੇ ਨਾ ਲਿਆ ਕਿ ਚਾਂਦੀ ਦਾ ਤਮਗਾ ਰੂਸੀ ਪਹਿਲਵਾਨ ਦਾ ਪਰਿਵਾਰ ਆਪਣੇ ਕੋਲ ਹੀ ਰੱਖੇ, ਕਿਉਂਕਿ ਇਹ ਤਮਗਾ ਪਰਿਵਾਰ ਨੂੰ ਆਪਣੇ ਪਹਿਲਵਾਨ ਪੁੱਤਰ ਦੀ ਯਾਦ ਦਿਵਾਉਂਦਾ ਰਹੇਗਾ। ਧੰਨਵਾਦ। ਸ਼ਕਤੀ ਤੇ ਪਖੰਡ। 8ਵੀਂ ਸਦੀ ਤੱਕ ਯੂਰਪ ਵਿੱਚ ਪੋਪ ਰਾਜੇ ਨੂੰ ਗੱਦੀ 'ਤੇ ਬਿਠਾਉਂਦਾ ਸੀ। ਭਾਰਤ ਵਿੱਚ ਬ੍ਰਾਹਮਣ ਆਪ ਰਾਜੇ ਨਹੀਂ ਬਣਦੇ ਸਨ, ਕਿਉਂਕਿ ਰਾਜੇ ਵਿੱਚ ਯੁੱਧ ਕਰਨ ਦਾ ਗੁਣ ਹੋਣਾ ਚਾਹੀਦਾ ਸੀ, ਸੋ ਉਹਨਾਂ ਦੇ ਤਿਲਕ ਲਾਉਣ ਨਾਲ ਹੀ ਕੋਈ ਰਾਜਾ ਬਣਦਾ ਸੀ। ਇਵੇਂ ਪੋਪ ਤੇ ਬ੍ਰਾਹਮਣ ਰਾਜੇ ਨਾਲੋਂ ਉਚੇਰੇ ਹੋ ਜਾਂਦੇ ਸਨ। ਯੂਰਪ ਵਿੱਚ ਕਿਹਾ ਜਾਣ ਲੱਗ ਪਿਆ ਕਿ ਕਿਉਂਕਿ ਪੋਪ ਨੇ ਰਾਜਾ ਬਣਾਇਆ ਹੈ, ਇਸ ਲਈ ਰਾਜੇ ਦੇ ਚਿਹਰੇ 'ਤੇ ਰੂਹਾਨੀ ਨੂਰ ਹੈ। ਕਿਹਾ ਜਾਣ ਲੱਗ ਪਿਆ ਕਿ ਜਿਵੇਂ ਈਸਾ ਦੀ ਛੋਹ ਨਾਲ ਰੋਗੀ ਅਰੋਗ ਹੋ ਜਾਂਦੇ ਸਨ, ਉਵੇਂ ਹੀ ਰਾਜੇ ਦੀ ਛੋਹ ਨਾਲ ਵੀ ਅਰੋਗ ਹੋ ਜਾਂਦੇ ਸਨ। ਕਿਹਾ ਜਾਂਦਾ ਸੀ ਕਿ 17ਵੀਂ ਸਦੀ ਵਿੱਚ ਚਾਰਲਸ ਦੂਜੇ ਦੀ ਛੋਹ ਨਾਲ 1 ਲੱਖ ਲੋਕਾਂ ਦਾ ਇਲਾਜ ਹੋਇਆ। ਫਿਰ ਇਹ ਕਿਹਾ ਜਾਣ ਲੱਗ ਪਿਆ ਕਿ ਜਿਸ ਰਸਤੇ ਤੋਂ ਰਾਜਾ ਲੰਘਦਾ ਹੈ, ਉਸ ਰਸਤੇ ਨੂੰ ਪਾਰ ਕਰਨ ਨਾਲ ਹੀ ਰੋਗ ਤੋਂ ਮੁਕਤੀ ਮਿਲ ਜਾਂਦੀ ਹੈ। ਇਹ ਸਾਰੇ ਉਪਰਾਲੇ ਰਾਜੇ ਨੂੰ ਉਚੇਰਾ ਤੇ ਵਿਲੱਖਣ ਸਿੱਧ ਕਰਨ ਦੇ ਯਤਨ ਸਨ। ਇਹ ਭਰਮ ਵੀ ਉਪਜਾਇਆ ਗਿਆ ਕਿ ਆਮ ਲੋਕਾਂ ਦੇ ਲਾਲ ਲਹੂ ਦੇ ਮੁਕਾਬਲੇ ਰਾਜੇ ਦੀਆਂ ਨਾੜਾਂ ਵਿੱਚ ਨੀਲਾ ਲਹੂ ਸ਼ਾਹੀ ਲਹੂ ਹੁੰਦਾ ਹੈ। ਲੋਕ ਭੋਲੇ ਤਾਂ ਸਨ ਹੀ, ਮੂਰਖ ਵੀ ਸਨ। ਉਹ ਚਰਚ ਵਿੱਚ ਜੋ ਸੁਣਦੇ ਸਨ ਉਸ 'ਤੇ ਵਿਸ਼ਵਾਸ ਕਰ ਲੈਂਦੇ ਸਨ। 19ਵੀਂ ਸਦੀ ਵਿੱਚ ਮੰਨਿਆ ਜਾਣਾ ਬੰਦ ਹੋਇਆ ਕਿ ਰਾਜੇ ਉੱਪਰੋਂ ਉਤਰਦੇ ਸਨ। ਭਾਰਤ ਵਿੱਚ ਵੀ ਰਾਜਿਆਂ ਦੇ ਸੂਰਜਵੰਸ਼ੀ ਤੇ ਚੰਦਰਵੰਸ਼ੀ ਹੋਣ ਦਾ ਪਖੰਡ ਚੱਲਦਾ ਰਿਹਾ ਹੈ। ਜਿਸ ਕੋਲ ਸ਼ਕਤੀ ਹੋਏਗੀ ਉਹਦਾ ਪਖੰਡ ਚੱਲੇਗਾ। ਧੰਨਵਾਦ। ਅਧੂਰੀ ਅਕਲ। ਇਸਤਰੀਆਂ ਅਕਸਰ ਕਹਿੰਦੀਆਂ ਹਨ ਕਿ ਮਰਦ ਬੇਵਕੂਫ ਹੁੰਦੇ ਹਨ ਅਤੇ ਨਾਲ ਹੀ ਕਹਿੰਦੀਆਂ ਹਨ ਕਿ ਅਸੀਂ ਮਰਦਾਂ ਤੋਂ ਕੋਈ ਘੱਟ ਹਾਂ। ਕਈ ਵਾਰ ਕਿਹਾ ਜਾਂਦਾ ਹੈ ਦੁਲਹਨ ਹੀ ਦਹੇਜ ਹੈ, ਪਰ ਨਾਲ ਹੀ ਕਿਹਾ ਜਾਂਦਾ ਹੈ ਦਹੇਜ ਲੈਣਾ ਲਾਹਨਤ ਹੈ। ਇਹ ਅਧੂਰੀ ਅਕਲ ਦੀਆਂ ਅਧੂਰੀਆਂ ਉਦਾਹਰਨਾਂ। ਧੰਨਵਾਦ। ਪਛਤਾਵਾ। ਜੇ ਕਿਸੇ ਸਮਾਗਮ 'ਤੇ ਤਲਾਕਸ਼ੁਦਾ ਪਤੀ ਪਤਨੀ ਵੀ ਆਏ ਹੋਣ ਤਾਂ ਉਹਨਾਂ ਨਾਲ ਸਮਾਗਮ ਦਾ ਮਹੱਤਵ ਬਦਲ ਜਾਂਦਾ ਹੈ। ਦੋਵੇਂ ਸਮਾਗਮ ਨੂੰ ਭੁੱਲ ਜਾਂਦੇ ਹਨ ਅਤੇ ਇੱਕ ਦੂਜੇ ਨੂੰ ਘੋਖਣ ਅਤੇ ਤੋਲਣ ਮਾਪਣ ਲੱਗ ਜਾਂਦੇ ਹਨ। ਜੇ ਪਤਨੀ ਸੋਹਣੀ ਲੱਗੇ ਤਾਂ ਪੁਰਸ਼ ਨੂੰ ਨਿਰਾਸ਼ਾ ਹੁੰਦੀ ਹੈ। ਜੇ ਪਤੀ ਹੋਰ ਪ੍ਰਭਾਵਸ਼ਾਲੀ ਲੱਗੇ ਤਾਂ ਪਤਨੀ ਲੁਕਣ ਲੱਗ ਜਾਂਦੀ ਹੈ। ਜੇ ਕਈ ਸਾਲ ਲੰਘ ਗਏ ਹੋਣ ਤਾਂ ਪੁਰਸ਼ ਸੋਚਦਾ ਹੈ ਪਛਤਾ ਰਹੀ ਹੋਏਗੀ। ਇਸਤਰੀ ਸੋਚਦੀ ਹੈ ਬੁੱਢਾ ਲੱਗਦਾ, ਮੈਨੂੰ ਛੱਡ ਕੇ ਇਹੀ ਹਾਲ ਹੋਣਾ ਸੀ। ਦੋਵੇਂ ਇੱਕ ਦੂਜੇ ਨੂੰ ਵੇਖ ਕੇ ਆਪਣੇ ਮਨ ਵਿੱਚ ਕਹਿੰਦੇ ਹਨ ਹੁਣ ਪਛਤਾਉਣ ਦਾ ਕੀ ਲਾਭ ਹੈ। ਧੰਨਵਾਦ। ਬੇਈਮਾਨੀ। ਹਰ ਕੋਈ ਬੇਈਮਾਨੀ ਦੇ ਵੱਖਰੇ ਅਰਥ ਦੱਸਦਾ ਹੈ। ਸਕੂਲ ਦੇ ਬੱਚਿਆਂ ਨੂੰ ਪੈਨਾਂ ਦੇ ਵੱਡੇ ਡੱਬੇ ਵਿੱਚੋਂ ਇੱਕ ਪੈਨ ਲੈਣ ਲਈ ਕਿਹਾ ਗਿਆ। ਬਹੁਤੇ 2 ਲੈ ਗਏ। ਇਸ ਨੂੰ ਬੇਈਮਾਨੀ ਨਹੀਂ, ਸ਼ਰਾਰਤ ਕਿਹਾ ਜਾਏਗਾ। ਇੱਕ ਨੇ ਕਿਹਾ ਮੇਰਾ ਜਮਾਤੀ ਦੋਸਤ ਨਹੀਂ ਆਇਆ, ਦੂਜਾ ਪੈਨ ਮੈਂ ਉਸ ਵਾਸਤੇ ਲਿਆ ਸੀ। ਉਹਨੂੰ ਪੁੱਛਿਆ ਗਿਆ ਕਿ ਇਹ ਬੇਈਮਾਨੀ ਨਹੀਂ। ਉਹਨੇ ਕਿਹਾ ਜੇ ਕੋਈ ਸਾਰਾ ਡੱਬਾ ਲੈ ਜਾਏ ਉਹ ਬੇਈਮਾਨੀ ਹੋਏਗੀ। ਲੋਕ ਸਮਝਦੇ ਹਨ ਕਿ ਬੇਈਮਾਨੀ ਦਾ ਸੰਬੰਧ ਵੱਡੀਆਂ ਚੀਜ਼ਾਂ ਨਾਲ ਹੁੰਦਾ ਹੈ। ਛੋਟੀਆਂ ਚੀਜ਼ਾਂ ਦਾ ਲਾਲਚ ਹੁੰਦਾ ਹੈ। ਨਿੱਕੀਆਂ ਬੇਈਮਾਨੀਆਂ ਵੇਲੇ ਸਾਡੀ ਆਤਮਾ ਸੁੱਤੀ ਰਹਿੰਦੀ ਹੈ। ਇਹ ਵੱਡੀਆਂ ਬੇਈਮਾਨੀਆਂ ਵੇਲੇ ਹੀ ਜਾਗਦੀ ਹੈ। ਬੇਈਮਾਨੀ ਦੇ ਅਨੇਕਾਂ ਰੂਪ ਹਨ। ਇਸਤਰੀ ਪੁਰਸ਼ ਦੇ ਨਜਾਇਜ਼ ਸੰਬੰਧਾਂ ਬਾਰੇ ਕਈ ਕਹਿਣਗੇ ਇਹ ਬੇਈਮਾਨੀ ਨਹੀਂ, ਇਹ ਬੇਵਫਾਈ ਹੈ। ਹੋਸਟਲ ਵਿੱਚ 12 ਕਮਰਿਆਂ ਦਾ ਸਾਂਝਾ ਰੈਫ੍ਰਿਜਰੇਟਰ ਸੀ। ਇੱਕ ਨੇ ਖਾਣ ਪੀਣ ਦਾ ਸਮਾਨ ਰੱਖਿਆ, ਹੋਰ ਹੀ ਖਾ ਪੀ ਗਏ। ਸਾਡੇ ਦੇਸ਼ ਵਿੱਚ ਕੇਵਲ ਪੈਸੇ ਦੀ ਹੇਰਾਫੇਰੀ ਨੂੰ ਬੇਈਮਾਨੀ ਕਹਿੰਦੇ ਹਨ। ਬਾਕੀ ਬੇਈਮਾਨੀਆਂ ਦੇ ਹੋਰ ਨਾਂ ਲਏ ਜਾਂਦੇ ਹਨ।
ਧੰਨਵਾਦ। ਵਪਾਰੀਪੁਣਾ। ਪਿੰਡ ਵਿੱਚ ਇੱਕ ਸੇਵਾ ਮੁਕਤ ਅਧਿਆਪਕ ਰਹਿੰਦਾ ਸੀ ਜਿਹੜਾ ਬੱਚਿਆਂ ਨੂੰ ਅਵਾਰਾ ਘੁੰਮਣ ਤੋਂ ਰੋਕਦਾ ਸੀ। ਬੱਚੇ ਆਪਣੀ ਮਨਮਰਜ਼ੀ ਕਰਦੇ ਸਨ ਅਤੇ ਸ਼ਰਾਰਤ ਵਜੋਂ ਅਧਿਆਪਕ ਦੇ ਘਰ ਨੂੰ ਵੱਟੇ ਮਾਰਦੇ ਸਨ। ਅਧਿਆਪਕ ਨੇ ਇੱਕ ਵਿਉਂਤ ਅਨੁਸਾਰ ਬੱਚਿਆਂ ਨੂੰ ਕਿਹਾ ਕਿ ਉਹਦੇ ਘਰ ਦੇ ਸਾਹਮਣੇ ਵੱਡੇ ਟੋਏ 'ਚ ਵੱਟੇ ਸੁੱਟਿਆ ਕਰਨ। ਹਰੇਕ ਵੱਟੇ ਦੇ 20 ਪੈਸੇ ਮਿਲਣ ਲੱਗ ਪਏ। ਇਵੇਂ ਅਧਿਆਪਕ ਨੇ ਬੇਰੁਜ਼ਗਾਰ ਬੱਚਿਆਂ ਨੂੰ ਰੁਜ਼ਗਾਰ ਦੇ ਦਿੱਤਾ। ਕੁਝ ਦਿਨਾਂ ਮਗਰੋਂ ਪ੍ਰਤੀ ਵੱਟੇ ਦੇ 10 ਪੈਸੇ ਕਰ ਦਿੱਤੇ। ਬੱਚਿਆਂ ਨੇ ਵਿਰੋਧ ਕੀਤਾ ਪਰ ਵੱਟੇ ਸੁੱਟਦੇ ਰਹੇ। 5 ਪੈਸੇ ਪ੍ਰਤੀ ਵੱਟਾ ਹੋਣ ਨਾਲ ਹੋਰ ਵਿਰੋਧ ਕੀਤਾ ਪਰ ਵੱਟੇ ਘਟ ਗਏ ਪਰ ਸੁੱਟਣੇ ਜਾਰੀ ਰਹੇ। ਅਧਿਆਪਕ ਨੇ ਪੈਸੇ ਦੇਣੇ ਬੰਦ ਕਰ ਦਿੱਤੇ ਅਤੇ ਵੱਟੇ ਸੁੱਟਣੇ ਵੀ ਬੰਦ ਹੋ ਗਏ। ਕੀ ਵਾਪਰਿਆ? ਹਰੇਕ ਵੱਟੇ ਦੇ ਮੁੱਲ ਨਿਰਧਾਰਨ ਨਾਲ ਅਧਿਆਪਕ ਅਤੇ ਮੁੰਡਿਆਂ ਦਾ ਸੰਬੰਧ ਬਦਲ ਗਿਆ ਸੀ। ਪਹਿਲਾਂ ਉਹ ਸ਼ਰਾਰਤੀ ਸਨ, ਹੁਣ ਉਹ ਵਪਾਰੀ ਬਣ ਗਏ ਸਨ। ਪਹਿਲਾਂ ਮੁੰਡੇ ਅੰਦਰਲੀ ਪ੍ਰੇਰਨਾ ਨਾਲ ਵੱਟੇ ਮਾਰਦੇ ਸਨ, ਹੁਣ ਉਹ ਪੈਸੇ ਮਿਲਣ ਦੀ ਬਾਹਰਲੀ ਪ੍ਰੇਰਨਾ ਨਾਲ ਵੱਟੇ ਚੁੱਕ ਕੇ ਉੱਥੇ ਲਿਆ ਕੇ ਸੁੱਟਦੇ ਸਨ। ਜਿਉਂ ਹੀ ਬਾਹਰਲੀ ਪ੍ਰੇਰਨਾ ਮੁੱਕ ਗਈ, ਅੰਦਰਲੀ ਵੀ ਮੁੱਕ ਗਈ। ਧੰਨਵਾਦ। ਹੋਂਡਾ। ਇੱਕ ਮਧਰਾ ਵਿਅਕਤੀ ਕੁਝ ਕਰਨਾ ਚਾਹੁੰਦਾ ਸੀ, ਕੁਝ ਬਣਨਾ ਚਾਹੁੰਦਾ ਸੀ। ਜਾਪਾਨ ਵਿਚਲੇ ਆਪਣੇ ਪਿੰਡ ਤੋਂ 6 ਸਾਲ ਬਾਹਰ ਰਿਹਾ। ਇੱਕ ਵਰਕਸ਼ਾਪ ਵਿੱਚ ਮੁਰੰਮਤ ਦਾ ਕੰਮ ਸਿੱਖਿਆ। ਟਾਇਰ ਬਣਾਉਣ, ਰਿੰਗ ਬਣਾਉਣ ਵਾਲੀ ਫੈਕਟਰੀ 'ਚ ਕੰਮ ਕੀਤਾ। ਯੋਗਤਾ ਵਧਾਉਣ ਅਤੇ ਤਕਨੀਕੀ ਗਿਆਨ ਲਈ ਯੂਨੀਵਰਸਿਟੀ 'ਚ ਦਾਖਲ ਹੋਇਆ, ਪਰ ਕੇਵਲ ਉਤਪਾਦਨ ਦੀਆਂ ਕਲਾਸਾਂ ਲਾਉਣ ਕਰਕੇ ਬਾਕੀ ਵਿਸ਼ਿਆਂ ਵਿੱਚੋਂ ਫੇਲ ਹੋਇਆ ਅਤੇ ਯੂਨੀਵਰਸਿਟੀ ਵਿੱਚੋਂ ਕੱਢਿਆ ਗਿਆ। ਦੂਜੇ ਵਿਸ਼ਵ ਯੁੱਧ ਉਪਰੰਤ ਬਰਬਾਦ ਹੋਏ ਜਾਪਾਨ ਵਿੱਚ ਉਸਨੇ ਸਾਈਕਲ ਨੂੰ ਇੰਜਣ ਲਾ ਕੇ ਛੋਟਾ ਮੋਟਰਸਾਈਕਲ ਬਣਾਇਆ, ਜਿਹੜਾ ਗਾਹਕਾਂ ਦੀ ਪਸੰਦ ਬਣਿਆ। ਮੋਟਰਸਾਈਕਲ ਦੀਆਂ ਰੇਸਾਂ ਲਗਵਾਈਆਂ ਅਤੇ ਇਵੇਂ ਮੋਟਰਸਾਈਕਲ ਪ੍ਰਵਾਨ ਹੋਇਆ। 7ਵੇਂ ਦਹਾਕੇ ਵਿੱਚ ਉਹਨੇ ਕਾਰਾਂ ਬਣਾਈਆਂ ਅਤੇ ਕਾਰਾਂ ਦੀਆਂ ਰੇਸਾਂ ਦਾ ਰਿਵਾਜ਼ ਪਾਇਆ। ਇਹ ਵਿਅਕਤੀ ਹੋਂਡਾ ਸੀ। ਧੰਨਵਾਦ। ਵਿਆਹ ਲਈ ਮਨਾਉਣਾ। ਇੱਕ ਫੌਜੀ ਆਪਣੀ ਪ੍ਰੇਮਿਕਾ ਨੂੰ ਵਿਆਹ ਲਈ ਮਨਾਉਣ ਵਾਸਤੇ ਵੱਖਰੇ ਵੱਖਰੇ ਤਰਕ ਦੇ ਰਿਹਾ ਸੀ, ਜਿਵੇਂ ਕੱਪੜਿਆਂ ਦੀ ਸਾਰੀ ਅਲਮਾਰੀ ਤੇਰੀ ਹੋਏਗੀ, ਮੈਂ ਤਾਂ ਹਰ ਰੋਜ਼ ਇੱਕ ਹੀ ਵਰਦੀ ਪਾਉਣੀ ਹੁੰਦੀ ਹੈ, ਤੂੰ ਜਿੰਨੇ ਚਾਹੇਂਗੀ ਉਨੇ ਹੀ ਬੱਚੇ ਹੋਣਗੇ ਕਿਉਂਕਿ ਫੌਜੀ ਹਸਪਤਾਲ ਵਿੱਚ ਡਿਲੀਵਰੀ ਮੁਫਤ ਹੈ, ਮੈਂ ਤੈਨੂੰ ਬਿਲਕੁਲ ਤੰਗ ਨਹੀਂ ਕਰਿਆ ਕਰਾਂਗਾ ਕਿਉਂਕਿ ਮੈਂ ਤਾਂ ਅਕਸਰ ਬਾਹਰ ਹੀ ਰਿਹਾ ਕਰਾਂਗਾ। ਧੰਨਵਾਦ। ਟੈਲੈਂਟ। ਫਿਲਮਾਂ ਦੇ ਖੇਤਰ ਵਿੱਚ ਸਟੀਫਨ ਸਪੀਲਬਰਗ ਇੱਕ ਬੜਾ ਪ੍ਰਸਿੱਧ ਨਾਂ ਹੈ, ਜਿਸ ਦੀਆਂ ਜੁਰਾਸਿਕ ਪਾਰਕ ਵਰਗੀਆਂ ਫਿਲਮਾਂ ਨੇ ਵਿਸ਼ਵ ਰਿਕਾਰਡ ਸਥਾਪਿਤ ਕੀਤੇ। ਉਸ ਨੂੰ 12 ਸਾਲ ਦੀ ਉਮਰ ਵਿੱਚ ਇੱਕ ਰਿਸ਼ਤੇਦਾਰ ਨੇ ਕੈਮਰਾ ਦਿੱਤਾ। ਇਸ ਕੈਮਰੇ ਨੇ ਉਸ ਲਈ ਕਲਪਨਾ ਦਾ ਸੰਸਾਰ ਖੋਲ੍ਹ ਦਿੱਤਾ। ਹਰੇਕ ਚੀਜ਼ ਨੂੰ ਵੇਖਣ ਦਾ ਉਹਦਾ ਢੰਗ ਨਿਆਰਾ ਹੋ ਗਿਆ। 16 ਸਾਲ ਦੀ ਉਮਰ ਵਿੱਚ ਉਹ ਛੋਟੀਆਂ ਫਿਲਮਾਂ ਬਣਾਉਣ ਲੱਗ ਪਿਆ ਸੀ। 17 ਸਾਲ ਦੀ ਉਮਰ ਵਿੱਚ ਉਹ ਹਾਲੀਵੁੱਡ ਸਟੂਡੀਓ ਵਿੱਚ ਕਾਰਜ ਕਰਨ ਲੱਗ ਪਿਆ ਸੀ। ਉਹਦੀਆਂ ਸ਼ਾਹਕਾਰ ਫਿਲਮਾਂ ਨੂੰ ਸਾਰੇ ਸੰਸਾਰ ਨੇ ਸਲਾਹਿਆ। ਉਹਦੀਆਂ ਫਲॉप ਫਿਲਮਾਂ ਵੀ ਪ੍ਰਸਿੱਧ ਹੋਈਆਂ। ਧੰਨਵਾਦ। ਸਾਡਾ ਵਿਹਾਰ। 2 ਭਰਾ ਨਾਸ਼ਤਾ ਕਰ ਰਹੇ ਸਨ। ਛੋਟੇ ਭਰਾ ਤੋਂ ਚਾਹ ਡੁੱਲ ਗਈ ਅਤੇ ਵੱਡੇ ਦੀ ਕਮੀਜ਼ ਖਰਾਬ ਹੋ ਗਈ। ਵੱਡੇ ਨੇ ਛੋਟੇ ਨੂੰ ਕੱਸ ਕੇ ਥੱਪੜ ਮਾਰਿਆ ਅਤੇ ਬਿਨਾਂ ਨਾਸ਼ਤਾ ਮੁਕਾਏ ਮੋਟਰਸਾਈਕਲ ਤੇਜ਼ ਚਲਾਉਂਦਾ ਨਿਕਲ ਪਿਆ। ਰਸਤੇ ਵਿੱਚ ਔਰਤ ਸਵਾਰੀਆਂ ਵਾਲੇ ਰਿਕਸ਼ੇ ਨਾਲ ਟੱਕਰ ਹੋ ਗਈ। ਲੋਕਾਂ ਨੇ ਕੁੱਟ ਦਿੱਤਾ। ਦਫ਼ਤਰ ਦੇਰ ਨਾਲ ਪਹੁੰਚਿਆ। ਸਾਰਾ ਦਿਨ ਲੜਦਾ ਹੀ ਰਿਹਾ। ਥੱਕਾ ਟੁੱਟਾ ਘਰ ਪਹੁੰਚਿਆ ਅਤੇ ਆਪਣੇ ਭਰਾ ਨੂੰ ਕੋਸਣ ਲੱਗ ਪਿਆ। ਜੇ ਉਸਨੇ ਵੱਡੇ ਭਰਾ ਵਾਂਗ ਕਿਹਾ ਹੁੰਦਾ, ਧਿਆਨ ਰੱਖਿਆ ਕਰ, ਜੇ ਉਹ ਸਧਾਰਨ ਢੰਗ ਨਾਲ ਦਫ਼ਤਰ ਜਾਂਦਾ ਤਾਂ ਛੋਟੇ ਭਰਾ ਨੇ ਵਧੇਰੇ ਸਤਿਕਾਰ ਕਰਨਾ ਸੀ। ਕਿਸੇ ਘਟਨਾ ਦੁਰਘਟਨਾ ਦਾ 10% ਹੋਰਾਂ ਕਰਕੇ ਵਾਪਰਦਾ, ਜਦੋਂ ਕਿ 90% ਨੁਕਸਾਨ ਸਾਡੇ ਵਿਹਾਰ ਕਰਕੇ ਹੁੰਦਾ ਹੈ। ਧੰਨਵਾਦ। ਜੇ ਇੱਕ ਦਰਾਣੀ ਜਠਾਣੀ ਆਪਸ ਵਿੱਚ ਲੜ ਪਈਆਂ। ਪਤੀ ਘਰ ਆਇਆ, ਉਹਨੇ ਭਾਬੀ ਨੂੰ ਕੁਝ ਨਾ ਕਿਹਾ ਪਰ ਪਤਨੀ ਕੁੱਟ ਦਿੱਤੀ।
ਬੱਚਿਆਂ ਦੇ ਨਾਲ ਪਈ ਉਹ ਰਾਤ ਨੂੰ 2 ਵਜੇ ਸੋਚਣ ਲੱਗ ਪਈ ਕਿ ਇਸ ਜੂਨ ਨਾਲੋਂ ਤਾਂ ਮਰ ਜਾਣਾ ਚੰਗਾ ਹੈ। ਪਰ ਸੋਚਿਆ ਇਹ ਜਵਾਕ ਰੁੱਲ ਜਾਣਗੇ। ਉਸ ਨੂੰ ਆਪਣਾ ਦੁੱਖ ਅਸਹਿ ਲੱਗ ਰਿਹਾ ਸੀ। ਉਹ ਪਤੀ ਦੇ ਸਿਰ ਚੜ੍ਹ ਕੇ ਮਰਨਾ ਚਾਹੁੰਦੀ ਸੀ। ਉਹ ਬਹੁਤ ਸਵਖਤੇ ਉੱਠੀ, ਘਰ ਦੇ ਸਾਰੇ ਕੰਮ ਨਿਪਟਾ ਕੇ ਹੋਰਾਂ ਦੇ ਉੱਠਣ ਤੋਂ ਪਹਿਲਾਂ ਬੁੱਕਲ ਮਾਰ ਕੇ ਨੇੜੇ ਵਗਦੀ ਨਹਿਰ ਦੇ ਉੱਚੇ ਪੁਲ ਤੋਂ ਛਾਲ ਮਾਰਨ ਨਿਕਲ ਪਈ। ਜਦੋਂ ਪੁਲ ਕੋਲ ਪਹੁੰਚੀ ਤਾਂ ਉੱਥੇ ਕੁਝ ਲੋਕ, ਜਿਨ੍ਹਾਂ ਵਿੱਚ ਔਰਤਾਂ ਵਧੇਰੇ ਸਨ, ਉਹਦੇ ਆਪਣੇ ਪੇਕਿਆਂ ਦੇ ਪਿੰਡ ਤੋਂ ਵੀ ਅੱਗੇ ਕਿਸੇ ਦੀ ਮਰਗ 'ਤੇ ਜਾ ਰਹੇ ਸਨ। ਉਹਨਾਂ ਨਾਲ ਰਲ ਗਈ ਤੇ ਆਪਣੇ ਪੇਕੇ ਪਿੰਡ ਪਹੁੰਚ ਗਈ। ਘਰੋਂ ਮਾਂ ਗੁੱਸੇ ਨਾਲ ਬੋਲੀ, ਤੂੰ ਆਪਣੇ ਘਰੋਂ ਪੈਰ ਕਿਉਂ ਬਾਹਰ ਕੱਢਿਆ? ਤੇਰੇ ਵਰਗੀਆਂ 5 ਹੋਰ ਹਨ। ਜੇ ਉਹ ਸਾਰੀਆਂ ਐਵੇਂ ਆ ਜਾਣ ਤਾਂ ਮੈਂ ਕਿਵੇਂ ਸਾਂਭਾਂਗੀ? ਮਾਂ ਨੂੰ ਰੋਂਦੀ ਵੇਖ ਕੇ ਧੀ ਵੀ ਰੋਣ ਲੱਗ ਪਈ। ਮਗਰੋਂ ਇਸ ਘਟਨਾ ਉਪਰੰਤ ਹੋਏ ਪੁੱਤਰ ਨੇ ਪੁੱਛਿਆ, ਬੇਬੇ ਫਿਰ ਤੂੰ ਉੱਚੇ ਪੁਲ ਤੋਂ ਨਹਿਰ ਵਿੱਚ ਛਾਲ ਕਿਉਂ ਨਾ ਮਾਰੀ? ਮਾਂ ਨੇ ਕਿਹਾ, ਜੇ ਮੈਂ ਛਾਲ ਮਾਰ ਦਿੰਦੀ ਤਾਂ ਤੂੰ ਇਹ ਜੱਗ ਕਿਵੇਂ ਵੇਖਦਾ? ਧੰਨਵਾਦ। ਸਹਾਇਤਾ। ਅਮਰੀਕਾ ਦੇ ਇੱਕ ਪ੍ਰਸਿੱਧ ਬਿਰਧ ਆਸ਼ਰਮ ਵਿੱਚ ਇੱਕ ਬੜੀ ਅਮੀਰ ਇਸਤਰੀ ਆਪਣੇ ਪਤੀ ਦੀ ਕਬਰ 'ਤੇ ਫੁੱਲ ਚੜ੍ਹਾਉਣ ਲਈ ਚਰਚ ਦੇ ਪਾਦਰੀ ਨੂੰ ਪੈਸੇ ਦਿਆ ਕਰਦੀ ਸੀ। ਉਹ ਆਪ ਵੀ ਬਿਮਾਰ ਰਹਿਣ ਲੱਗ ਪਈ ਸੀ। ਉਸਨੇ ਪਾਦਰੀ ਨੂੰ ਕਿਹਾ, ਆਖਰੀ ਵਾਰ ਫੁੱਲ ਚੜ੍ਹਾਉਣ ਦੀ ਤਕਲੀਫ ਦੇ ਰਹੀ ਹਾਂ। ਪਾਦਰੀ ਨੇ ਕਿਹਾ, ਉਹ ਚਲੇ ਗਏ ਹਨ। ਸ਼ਰਧਾ ਚੰਗੀ ਭਾਵਨਾ ਹੈ, ਪਰ ਕਈ ਜਿਉਂਦਿਆਂ ਨੂੰ ਮਦਦ ਦੀ ਲੋੜ ਹੈ। ਇਹਨਾਂ ਦੀ ਮਦਦ ਕਰਨ ਨਾਲ ਵਧੇਰੇ ਤਸੱਲੀ ਮਿਲੇਗੀ। ਉਹ ਇਸਤਰੀ ਪਾਦਰੀ ਦੇ ਇਸ ਕਥਨ ਬਾਰੇ ਸੋਚਣ ਲੱਗ ਪਈ। ਉਹ ਠੀਕ ਹੋਣ ਲੱਗ ਪਈ ਤੇ ਕੁਝ ਚਿਰ ਮਗਰੋਂ ਉਹ ਬਿਰਧ ਆਸ਼ਰਮ ਤੋਂ ਆਪਣੇ ਘਰ ਚਲੀ ਗਈ। ਲਗਭਗ 1 ਸਾਲ ਮਗਰੋਂ ਉਹਨੇ ਪਾਦਰੀ ਦਾ ਦਰਵਾਜ਼ਾ ਖੜਕਾਇਆ। ਪਾਦਰੀ ਨੂੰ ਵੇਖ ਕੇ ਪ੍ਰਸੰਨ ਇਸ ਇਸਤਰੀ ਨੇ ਕਿਹਾ, ਮੈਂ ਉਹੀ ਹਾਂ ਜਿਹਨੂੰ ਤੁਸੀਂ ਜਿਉਂਦਿਆਂ ਦੀ ਮਦਦ ਕਰਨ ਦੀ ਸਲਾਹ ਦਿੱਤੀ ਸੀ। ਹੁਣ ਮੈਂ ਲੋੜਵੰਦਾਂ ਦੀ ਮਦਦ ਕਰਦੀ ਹਾਂ ਤੇ ਆਪ ਵੀ ਠੀਕ ਹਾਂ। ਚੰਗੀ ਸਲਾਹ ਦੇਣ ਲਈ ਮੈਂ ਧੰਨਵਾਦ ਕਰਨ ਆਈ ਹਾਂ। ਧੰਨਵਾਦ। ਕਿਰਦਾਰ। ਇੱਕ ਪਿਤਾ ਪੁੱਤਰ ਬੜੀ ਸਵੇਰੇ ਮੱਛੀਆਂ ਫੜਨ ਗਏ। ਸਵੇਰੇ 7:30 ਵਜੇ ਸਨ। ਮੱਛੀਆਂ ਫੜਨ ਲਈ ਢੁਕਵਾਂ ਥਾਂ ਦੀ ਚੋਣ ਕਰਨ ਵਾਸਤੇ ਪਿਤਾ ਦੂਰ ਨਿਕਲ ਗਿਆ। ਪਿੱਛੋਂ ਪੁੱਤਰ ਉੱਥੇ ਹੀ ਮੱਛੀਆਂ ਫੜਨ ਲੱਗ ਪਿਆ। ਪਿਤਾ ਦੇ ਮੁੜਨ 'ਤੇ ਪੁੱਤਰ ਨੇ ਆਪਣੀ ਵੱਡੀ ਫੜੀ ਮੱਛੀ ਵਿਖਾਈ। ਪਿਤਾ ਨੇ ਕਿਹਾ, ਫੜੀ ਮੱਛੀ ਜਿਉਂਦੀ ਹੈ, ਵਾਪਸ ਪਾਣੀ ਵਿੱਚ ਸੁੱਟ ਦੇ, ਕਿਉਂਕਿ ਮੱਛੀਆਂ ਫੜਨ ਦਾ ਸਮਾਂ 8 ਵਜੇ ਹੈ। ਕੋਈ ਵੇਖ ਨਹੀਂ ਸੀ ਰਿਹਾ, ਕਿਸੇ ਨੂੰ ਪਤਾ ਨਹੀਂ ਸੀ ਲੱਗਿਆ, ਪਰ ਪੁੱਤਰ ਨੇ ਪਿਤਾ ਦੇ ਕਹੇ ਦੀ ਦ੍ਰਿੜਤਾ ਵੇਖ ਲਈ ਸੀ। ਮੱਛੀ ਵਾਪਸ ਸੁੱਟ ਦਿੱਤੀ। ਮਗਰੋਂ ਬੜਾ ਵੱਡਾ ਉਦਯੋਗਪਤੀ ਬਣਿਆ, ਪਰ ਪ੍ਰਸਿੱਧ ਉਹ ਆਪਣੇ ਇਖਲਾਕ ਕਾਰਨ ਹੋਇਆ। ਧੰਨਵਾਦ। ਕੰਮ ਦਾ ਹਿੱਸਾ। ਇੱਕ ਸਾਂਝੇ ਪੇਂਡੂ ਪਰਿਵਾਰ ਵਿੱਚ 4 ਦਰਾਣੀਆਂ ਜਠਾਣੀਆਂ ਸਨ। ਸਾਰੇ ਕੰਮ ਵੰਡੇ ਹੋਏ ਸਨ। ਹਰੇਕ ਨੂੰ ਆਪਣੇ ਕੰਮ ਦਾ ਪਤਾ ਸੀ। ਉਹ ਕਿਸੇ ਕੰਮ ਵਿੱਚ ਆਦਮੀਆਂ ਨੂੰ ਨਹੀਂ ਸਨ ਪਾਉਂਦੀਆਂ, ਪਰ ਆਪਸ ਵਿੱਚ ਖੇਬੜਦੀਆਂ ਸਨ, ਲੜ ਪੈਂਦੀਆਂ ਸਨ। ਕਈ ਵਾਰੀ ਪਤੀਆਂ ਤੋਂ ਕੁਟਾਪਾ ਵੀ ਖਾਂਦੀਆਂ ਸਨ। ਅਗਲੇ ਦਿਨ ਸਭ ਕੁਝ ਭੁੱਲ ਭੁਲਾ ਜਾਂਦਾ ਸੀ, ਪਰ ਕਿਸੇ ਨਵੀਂ ਗੱਲ ਤੋਂ ਫੇਰ ਬੋਲ ਬੁਲਾਰਾ ਹੋ ਜਾਂਦਾ ਸੀ। ਮਗਰੋਂ ਮਹਿਸੂਸ ਹੋਇਆ ਕਿ ਉਹਨਾਂ ਦਾ ਆਪਸ ਵਿੱਚ ਲੜਨਾ ਵੀ ਕੰਮ ਦਾ ਹਿੱਸਾ ਸੀ, ਜਿਹੜਾ ਇੱਕ ਪ੍ਰਕਾਰ ਦਾ ਮਨੋਰੰਜਨ ਵੀ ਸੀ। ਧੰਨਵਾਦ। ਪਰੰਪਰਾ। ਯੂਰਪ ਵਿੱਚ ਪਰੰਪਰਾ ਹੈ ਕਿ ਵਿਆਹ ਵੇਲੇ ਦੁਲਹਨ ਚਿੱਟਾ ਬੇਦਾਗ ਪਹਿਰਾਵਾ ਪਹਿਨਦੀ ਹੈ। ਪਹਿਲਾਂ ਦੁਲਹਨਾਂ ਆਪਣੇ ਪਸੰਦ ਦੇ ਰੰਗਾਂ ਦੇ ਲਿਬਾਸ ਪਹਿਨਦੀਆਂ ਸਨ। 19ਵੀਂ ਸਦੀ ਵਿੱਚ ਮਲਕਾ ਵਿਕਟੋਰੀਆ ਨੇ ਸ਼ਹਿਜ਼ਾਦੇ ਐਲਬਰਟ ਨਾਲ ਸ਼ਾਦੀ ਸਮੇਂ ਚਿੱਟਾ ਪਹਿਰਾਵਾ ਧਾਰਨ ਕੀਤਾ ਸੀ। ਵਿਕਟੋਰੀਆ ਬੜੀ ਹਰਮਨ ਪਿਆਰੀ ਮਹਾਰਾਣੀ ਸੀ। ਉਹਦੀ ਪਸੰਦ ਸਮੁੱਚੇ ਦੇਸ਼ ਦੀ ਹੀ ਨਹੀਂ, ਸਮੁੱਚੇ ਯੂਰਪ ਦੀ ਪਸੰਦ ਹੋ ਨਿਬੜੀ ਤੇ ਅੱਗੋਂ ਲਈ ਦੁਲਹਨ ਦਾ ਪਹਿਰਾਵਾ ਚਿੱਟਾ ਹੋ ਗਿਆ। ਧੰਨਵਾਦ। ਯਥਾਰਥਵਾਦੀ। ਯਥਾਰਥਵਾਦੀ ਸਮਾਜਿਕ ਜੀਵਨ ਵਿੱਚ ਵੱਧ ਤੋਂ ਵੱਧ ਵਿਚਕਾਰ ਜਿਹੇ ਪਹੁੰਚਦੇ ਹਨ। ਉਹ ਕਿਸੇ ਵੀ ਖੇਤਰ ਵਿੱਚ ਅਕਸਰ ਸਿਖਰ ਨਹੀਂ ਚਾਹੁੰਦੇ, ਲੋਕਾਂ ਦੀਆਂ ਭਾਵਨਾਵਾਂ ਨੂੰ ਪ੍ਰਭਾਵਿਤ ਨਹੀਂ ਕਰਦੇ। ਸਿਖਰ ਛੂਹਣ ਲਈ ਕਲਪਨਾ,
ਸੁਪਨਿਆਂ ਤੇ ਆਦਰਸ਼ਾਂ ਦੀ ਲੋੜ ਪੈਂਦੀ ਹੈ। ਧੰਨਵਾਦ। ਭਾਵੁਕ ਤਾਕਤ। ਭਾਵੁਕ ਸ਼ਕਤੀ ਸਰੀਰਕ ਸ਼ਕਤੀ ਨਾਲੋਂ ਬੜੀ ਬਲਵਾਨ ਹੁੰਦੀ ਹੈ। ਕਮਜ਼ੋਰ ਸਰੀਰ ਵਾਲੀ ਇੱਕ ਮਾਂ ਬੈਲਟ ਨਾਲ ਬੰਨੇ ਆਪਣੇ ਛੋਟੇ ਬੱਚੇ ਨਾਲ ਕਾਰ ਵਿੱਚ ਜਾ ਰਹੀ ਸੀ। ਮੀਂਹ ਕਾਰਨ ਗਿੱਲੀ ਸੜਕ ਉੱਤੇ ਕਾਰ ਤਿਲਕ ਕੇ ਨਾਲ ਦੇ ਖੇਤ 'ਚ ਉਲਟ ਗਈ ਤੇ ਮਾਂ ਭੁੜਕ ਕੇ ਬਾਹਰ ਡਿੱਗ ਪਈ। ਬੱਚਾ ਕਾਰ ਵਿੱਚ ਸੀ। ਮੀਂਹ ਪੈ ਰਿਹਾ ਸੀ। ਖੇਤ ਦੀ ਮਿੱਟੀ ਚਿੱਕੜ ਬਣੀ ਹੋਈ ਸੀ। ਕੋਈ ਮਦਦ ਸੰਭਵ ਨਹੀਂ ਸੀ। ਸਵਾਲ ਬੱਚੇ ਨੂੰ ਬਚਾਉਣ ਦਾ ਸੀ। ਉਸ ਕਮਜ਼ੋਰ ਸਰੀਰ ਵਾਲੀ ਇਸਤਰੀ ਨੇ ਪੂਰਾ ਜ਼ੋਰ ਲਾ ਕੇ ਉਲਟੀ ਹੋਈ ਕਾਰ ਉਲਟਾ ਕੇ ਸਿੱਧੀ ਕਰ ਲਈ। ਬੱਚਾ ਬਚਾਉਣਾ ਸੀ। ਬੱਚਾ ਬਚ ਗਿਆ। ਇਹ ਤਾਕਤ ਕਿੱਥੋਂ ਆਈ? ਇਹ ਕੁਦਰਤ ਵੱਲੋਂ ਮਾਂ ਨੂੰ ਮਿਲੀ ਭਾਵੁਕ ਤਾਕਤ ਸੀ। ਜਦੋਂ ਬੱਚੇ ਦੀ ਜਾਨ ਖਤਰੇ ਵਿੱਚ ਹੁੰਦੀ ਹੈ ਤਾਂ ਮਾਂ ਵਿੱਚ ਇਸ ਤਾਕਤ ਦਾ ਡੈਮ ਫਟ ਜਾਂਦਾ ਹੈ। ਧੰਨਵਾਦ। ਸਬਰ। ਯੂਨਾਨੀ ਫਿਲਾਸਫਰ ਡਾਇਓਜਨੀਸ ਮੰਗ ਕੇ ਆਪਣਾ ਨਿਰਵਾਹ ਕਰਦਾ ਸੀ। ਉਸ ਦੀ ਹਰੇਕ ਗੱਲ ਵਿੱਚ ਫਲਸਫਾ ਹੁੰਦਾ ਸੀ। ਉਹ ਸ਼ਹਿਰ ਵਿੱਚ ਲੱਗੇ ਬੁੱਤਾਂ ਤੋਂ ਵੀ ਮੰਗਦਾ ਸੀ। ਕਿਸੇ ਨੇ ਪੁੱਛਿਆ, ਬੁੱਤਾਂ ਤੋਂ ਕਿਉਂ ਮੰਗਦੇ ਹੋ? ਉਹਨੇ ਕਿਹਾ, ਐਵੇਂ ਮੈਂ ਕਿਸੇ ਤੋਂ ਕੁਝ ਨਾ ਮਿਲਣ 'ਤੇ ਨਿਰਾਸ਼ ਹੋਣ ਦੀ ਥਾਂ ਸਬਰ ਕਰਨਾ ਸਿੱਖਦਾ ਹਾਂ। ਧੰਨਵਾਦ। ਫੁੰਕਾਰਾ। ਇੱਕ ਸੰਤ ਇੰਨਾ ਤੇਜਸਵੀ ਸੀ ਕਿ ਸੱਪ ਵੀ ਉਹਦੇ ਸ਼ਰਧਾਲੂ ਸਨ। ਸੰਤ ਨੇ ਇੱਕ ਸੱਪ ਨੂੰ ਕਿਹਾ, ਕਿਸੇ ਨੂੰ ਕੱਟੀ ਨਾ। ਲੋਕ ਪ੍ਰਸੰਨ ਸਨ ਕਿਉਂਕਿ ਹੁਣ ਸੱਪ ਦਾ ਡਰ ਨਹੀਂ ਸੀ। ਹੌਲੀ ਹੌਲੀ ਲੋਕਾਂ ਨੇ ਉਹ ਤੋਂ ਡਰਨਾ ਬੰਦ ਕਰ ਦਿੱਤਾ। ਬੱਚੇ ਸੱਪ ਨੂੰ ਫੜ ਕੇ ਖਿੱਚਦੇ ਰਹਿੰਦੇ ਸਨ। ਇੱਕ ਵਾਰੀ ਸੰਤ ਫਿਰ ਉੱਧਰੋਂ ਲੰਘਿਆ। ਸੱਪ ਨੇ ਬੜੀ ਨਿਰਾਸ਼ਤਾ ਨਾਲ ਦੱਸਿਆ ਕਿ ਵੇਖੋ ਮੇਰਾ ਕੀ ਹਾਲ ਹੋ ਗਿਆ। ਤੁਸੀਂ ਉਪਦੇਸ਼ ਦਿੱਤਾ ਸੀ ਕਿ ਕਿਸੇ ਨੂੰ ਕੱਟਣਾ ਨਹੀਂ। ਸੰਤ ਨੇ ਕਿਹਾ, ਤੈਨੂੰ ਕੱਟਣ ਤੋਂ ਰੋਕਿਆ ਸੀ, ਇਹ ਤਾਂ ਨਹੀਂ ਸੀ ਕਿਹਾ ਕਿ ਫੁੰਕਾਰਾ ਵੀ ਨਾ ਮਾਰੀ। ਧੰਨਵਾਦ। ਮਸ਼ਹੂਰੀਆਂ। ਰੋਮਾਨੀਆ ਤੇ ਸਪੇਨ ਦੀਆਂ ਮਹਾਰਾਣੀਆਂ ਨੇ $5,000 ਲੈ ਕੇ ਪੌਂਡਸ ਕਰੀਮ ਵਰਤਣ ਦੀ ਸਿਫਾਰਿਸ਼ ਕੀਤੀ ਸੀ। ਇਸ ਤੋਂ ਰਿਵਾਜ਼ ਪੈ ਗਿਆ ਕਿ ਪ੍ਰਸਿੱਧ ਹਸਤੀਆਂ ਵੱਖ-ਵੱਖ ਚੀਜ਼ਾਂ ਖਰੀਦਣ ਦੀਆਂ ਸਿਫਾਰਸ਼ਾਂ ਕਰਨ ਲੱਗ ਪਈਆਂ। ਧੰਨਵਾਦ। ਸਧਾਰਨ। ਸੰਸਾਰ ਦੇ ਸਭ ਤੋਂ ਅਮੀਰ ਬੰਦਿਆਂ ਦੇ ਨਾਂ ਲਓ। ਪਿਛਲੇ ਸਾਲ ਦੇ ਨੋਬਲ ਪੁਰਸਕਾਰ ਵਿਜੇਤਾ ਦੇ ਨਾਂ ਦੱਸੋ। 5 ਵਿਸ਼ਵ ਸੁੰਦਰੀਆਂ ਦੇ ਨਾਂ ਲਿਖੋ। ਤੁਸੀਂ ਯਤਨ ਕਰਨ ਦੇ ਬਾਵਜੂਦ ਦੱਸ ਨਹੀਂ ਸਕੋਗੇ। ਤੁਸੀਂ ਅਖਬਾਰਾਂ ਵਿਚਲੀਆਂ ਸੁਰਖੀਆਂ ਯਾਦ ਨਹੀਂ ਰੱਖਦੇ। ਤਾੜੀਆਂ ਸ਼ਾਂਤ ਹੋ ਜਾਂਦੀਆਂ ਹਨ। ਮਿਲੇ ਪੁਰਸਕਾਰ ਧੁੰਦਲੇ ਪੈ ਜਾਂਦੇ ਹਨ। ਹੁਣ ਆਪਣੇ ਜੀਵਨ ਦੇ 5 ਯਾਦਗਾਰੀ ਅਧਿਆਪਕਾਂ ਦੇ ਨਾਂ ਲਿਖੋ। ਸੰਕਟ ਵਿੱਚ ਸਾਥ ਦੇਣ ਵਾਲੇ 5 ਦੋਸਤਾਂ ਦੇ ਨਾਂ ਲਿਖੋ। ਉਹਨਾਂ 5 ਅਜਨਬੀਆਂ ਨੂੰ ਯਾਦ ਕਰੋ ਜਿਨ੍ਹਾਂ ਨੇ ਤੁਹਾਨੂੰ ਮਹੱਤਵਪੂਰਨ ਸਬਕ ਸਿਖਾਏ। ਉਹਨਾਂ 5 ਲੜਕੀਆਂ ਦੇ ਚਿਹਰੇ ਯਾਦ ਕਰੋ ਜਿਨ੍ਹਾਂ ਨੂੰ ਵੇਖ ਕੇ ਤੁਹਾਡੇ ਦਿਲ ਦੀ ਧੜਕਣ ਤੇਜ਼ ਹੋਈ ਸੀ। ਉਹਨਾਂ 5 ਜਮਾਤੀਆਂ ਦੇ ਨਾਂ ਲਿਖੋ ਜਿਨ੍ਹਾਂ ਨੂੰ ਮੁੜ ਮਿਲਣਾ ਚਾਹੁੰਦੇ ਹੋ। ਜਿਹੜੇ ਲੋਕ ਸਾਡੀ ਜ਼ਿੰਦਗੀ ਵਿੱਚ ਰੌਣਕ ਭਰਦੇ ਹਨ ਉਹ ਨੋਬਲ ਪੁਰਸਕਾਰ ਵਿਜੇਤਾ ਜਾਂ ਵਿਸ਼ਵ ਸੁੰਦਰੀਆਂ ਜਾਂ ਸਭ ਤੋਂ ਅਮੀਰ ਵਿਅਕਤੀ ਨਹੀਂ ਹੁੰਦੇ। ਆਮ ਸਧਾਰਨ ਲੋਕ ਸਾਡੀ ਜ਼ਿੰਦਗੀ ਵਿੱਚ ਉਤਸ਼ਾਹ ਤੇ ਜੋਸ਼ ਭਰਦੇ ਹਨ। ਇਹਨਾਂ ਦਾ ਜਸ਼ਨ ਮਨਾਓ। ਇਹਨਾਂ ਦੇ ਨੇੜੇ ਹੋਵੋ। ਇਹਨਾਂ ਨੂੰ ਜੱਫੀ ਪਾਓ। ਸਧਾਰਨ ਬਣਨ ਦੀ ਵਿਸ਼ੇਸ਼ਤਾ ਮਾਣੋ। ਧੰਨਵਾਦ। ਸਧਾਰਨ ਵਿਅਕਤੀ। ਇੱਕ ਵਿਅਕਤੀ ਗਾਂਧੀ ਜੀ ਦੇ ਪ੍ਰਭਾਵ ਅਧੀਨ ਜ਼ਾਤ-ਪਾਤ ਤੋਂ ਇਨਕਾਰੀ ਹੋ ਗਿਆ, ਜਿਸ ਕਾਰਨ ਬਰਾਦਰੀ ਨੇ ਉਹਨੂੰ ਛੇਕ ਦਿੱਤਾ। ਉਸ ਨੂੰ ਗਾਂਧੀ ਜੀ ਦੇ ਸ਼ਰਧਾਲੂ ਹੋਣ ਦਾ ਇੰਨਾ ਮਾਣ ਸੀ ਕਿ ਬਰਾਦਰੀ ਵੱਲੋਂ ਛੇਕੇ ਜਾਣਾ ਉਸਨੇ ਮਾਣ ਵਾਲੀ ਗੱਲ ਸਮਝੀ। ਉਹ ਬਰਾਦਰੀ ਦੀਆਂ ਗੱਲਾਂ ਮੰਨਣ ਦੀ ਬਦਨਾਮੀ ਤੋਂ ਮੁਕਤ ਹੋ ਗਿਆ। ਉਹ ਭਤੀਜੇ-ਭਤੀਜੀਆਂ ਦੇ ਵਿਆਹ ਵਿੱਚ ਭਾਗ ਲੈਣ ਤੋਂ ਬਰੀ ਹੋ ਗਿਆ। ਵਾਧੂ ਰਿਸ਼ਤੇਦਾਰਾਂ ਦੀਆਂ ਗੈਰ ਵਾਜਬ ਮੰਗਾਂ ਤੋਂ ਖਹਿੜਾ ਛੁੱਟ ਗਿਆ। ਕਈ ਮਰਨਿਆਂ ਤੇ ਝੂਠਾ ਸੋਗ ਕਰਨ ਦੀ ਲੋੜ ਮੁੱਕ ਗਈ। ਉਹ ਅੰਦਰੋਂ ਪ੍ਰਸੰਨ ਸੀ। ਕਾਇਆ ਕਲਪ ਵਾਪਰ ਗਿਆ ਸੀ। ਸਧਾਰਨ ਵਿਅਕਤੀ ਅਸਾਧਾਰਨ ਪ੍ਰਸਥਿਤੀਆਂ ਵਿੱਚੋਂ ਲੰਘ ਗਿਆ ਸੀ।
ਧੰਨਵਾਦ। ਅਸਲੀ ਪ੍ਰਭਾਵ। ਜ਼ਰੂਰੀ ਨਹੀਂ ਪਹਿਲਾ ਪ੍ਰਭਾਵ ਅਸਲੀ ਪ੍ਰਭਾਵ ਹੋਵੇ। ਕਾਰਾਂ ਦੇ ਇੱਕ ਸ਼ੋਅਰੂਮ ਵਿੱਚ 16 ਸਾਲਾਂ ਦਾ ਇੱਕ ਲੜਕਾ ਕਾਰਾਂ ਵੇਖਦਾ ਰਿਹਾ। ਕਿਸੇ ਸੇਲਜ਼ ਅਫਸਰ ਨੇ ਧਿਆਨ ਨਾ ਦਿੱਤਾ। ਮਗਰੋਂ ਸ਼ੋਅਰੂਮ ਦਾ ਮਾਲਕ ਉਸ ਨਾਲ ਆਪ ਗੱਲਾਂ ਕਰਦਾ ਰਿਹਾ। ਉਹ ਲੜਕਾ 2 ਘੰਟੇ ਮਗਰੋਂ ਮਾਪਿਆਂ ਨੂੰ ਕਾਰ ਖਰੀਦਣ ਲਈ ਬੁਲਾ ਲਿਆਇਆ। ਮਾਪੇ ਕਿਸਾਨ ਸਨ। ਉਹਨਾਂ ਨੇ ਖੇਤ ਵਾਲੇ ਕੱਪੜੇ ਪਹਿਨੇ ਹੋਏ ਸਨ। ਉਹ ਆਪਣੇ 16 ਸਾਲ ਦੇ ਪੁੱਤਰ ਦੀ ਪਸੰਦ ਕੀਤੀ ਕਾਰ ਖਰੀਦ ਕੇ ਲੈ ਗਏ। ਇਸ ਸ਼ੋਅਰੂਮ ਦਾ ਮਾਲਕ ਆਪਣੇ ਸੇਲਜ਼ ਅਫਸਰਾਂ ਨੂੰ ਕਿਹਾ ਕਰਦਾ ਸੀ, ਜਿਹੜਾ ਸ਼ੋਅਰੂਮ ਦੇ ਅੰਦਰ ਆਉਂਦਾ ਹੈ ਉਹ ਆਉਂਦਾ ਕਾਰ ਖਰੀਦਣ ਹੈ, ਜੇ ਉਹ ਨਹੀਂ ਖਰੀਦਦਾ ਇਹ ਸਾਡੀ ਅਯੋਗਤਾ ਹੁੰਦੀ ਹੈ। ਧੰਨਵਾਦ। ਕਲਾਕਾਰੀ। ਕੀੜੀਆਂ ਦੀ ਕਲਾਕਾਰੀ ਵੇਖਣੀ ਹੋਵੇ ਤਾਂ ਲੂਣ ਤੇ ਬੂਰਾ ਖੰਡ ਨੂੰ ਚੰਗੀ ਤਰ੍ਹਾਂ ਮਿਲਾ ਕੇ ਫਰਸ਼ 'ਤੇ ਡੋਲ ਦਿਓ। ਕੀੜੀਆਂ ਬੜੀ ਬਰੀਕੀ ਨਾਲ ਖੰਡ ਖਾ ਜਾਣਗੀਆਂ ਤੇ ਲੂਣ ਪਿਆ ਰਹੇਗਾ। ਧੰਨਵਾਦ। ਟੁੱਟਣਾ। 3 ਸਦੀਆਂ ਨਾਲੋਂ ਵਧੇਰੇ ਸਮਾਂ ਪਹਿਲਾਂ ਸਕਾਟਲੈਂਡ ਇੰਗਲੈਂਡ ਨਾਲ ਸੰਧੀ ਕਰਕੇ ਇੰਗਲੈਂਡ ਦਾ ਹਿੱਸਾ ਬਣਿਆ। ਇਸ ਸੰਧੀ ਅਨੁਸਾਰ ਸਕਾਟਲੈਂਡ ਚਾਹੁੰਦਾ ਤਾਂ ਇੰਗਲੈਂਡ ਨਾਲੋਂ ਵੱਖ ਹੋ ਸਕਦਾ ਸੀ। ਪਿੱਛੇ ਜਿਹੇ ਸਕਾਟਲੈਂਡ ਦੀ ਇੱਕ ਸਿਆਸੀ ਪਾਰਟੀ ਨੇ ਵੱਖਰੇ ਹੋਣ ਦੀ ਮੰਗ ਕੀਤੀ। ਸਰਕਾਰ ਨੇ ਸਕਾਟਲੈਂਡ ਦੇ ਲੋਕਾਂ ਦੀ ਮੰਗ ਜਾਣਨ ਲਈ ਰਾਏਸ਼ੁਮਾਰੀ ਕਰਵਾਈ। ਸਰਕਾਰ ਸਮਝਦੀ ਸੀ ਕਿ ਸਕਾਟਲੈਂਡ ਨੂੰ ਇੰਗਲੈਂਡ ਨਾਲ ਰਹਿਣ ਦੇ ਲਾਭ ਹੀ ਲਾਭ ਸਨ ਤੇ ਵੱਖ ਹੋਣ ਦੇ ਨੁਕਸਾਨ ਹੀ ਨੁਕਸਾਨ ਸਨ। ਮੁੱਢ ਵਿੱਚ ਲੋਕਾਂ ਦੀ ਸੋਚ ਇੰਗਲੈਂਡ ਨਾਲ ਰਹਿਣ ਦੇ ਪੱਖ ਵਿੱਚ ਸੀ, ਪਰ ਫਿਰ ਲੋਕਾਂ ਨੂੰ ਇੰਗਲੈਂਡ ਦੀਆਂ ਵਧੀਕੀਆਂ ਤੇ ਬੇਇਨਸਾਫੀਆਂ ਚੁਭਣ ਲੱਗ ਪਈਆਂ। ਲੋਕਾਂ ਨੇ ਵੇਖਿਆ ਕਿ ਯੂਰਪ ਵਿੱਚ ਸਕਾਟਲੈਂਡ ਨਾਲੋਂ ਵੀ ਘੱਟ ਰਕਬੇ ਤੇ ਘੱਟ ਆਬਾਦੀ ਵਾਲੇ ਦੇਸ਼ ਬੜੇ ਅਮੀਰ ਹੋ ਗਏ ਸਨ ਤੇ ਉਹ ਆਪਣੇ ਫੈਸਲੇ ਆਪ ਕਰਦੇ ਸਨ। ਵੋਟਾਂ ਪਈਆਂ। ਲਗਭਗ ਅੱਧੇ ਲੋਕ ਇੰਗਲੈਂਡ ਨਾਲੋਂ ਟੁੱਟਣਾ ਚਾਹੁੰਦੇ ਸਨ। ਭਾਵੇਂ ਥੋੜ੍ਹੀ ਜਿਹੀ ਗਿਣਤੀ ਨਾਲ ਰਹਿਣ ਵਾਲੇ ਜਿੱਤ ਗਏ ਸਨ, ਪਰ ਇੰਗਲੈਂਡ ਦੀ ਸਰਕਾਰ ਜਾਣ ਗਈ ਸੀ ਕਿ ਸਕਾਟਲੈਂਡ ਨੇ ਸਾਡੇ ਨਾਲ ਨਹੀਂ ਰਹਿਣਾ। ਆਜ਼ਾਦੀ ਬੜੀ ਵੱਡੀ ਚੀਜ਼ ਹੈ, ਜਿਸ ਲਈ ਲੋਕ ਕਈ ਲਾਭ ਤਿਆਗਣ ਲਈ ਤਿਆਰ ਹੋ ਜਾਂਦੇ ਹਨ। ਸਾਂਝੀ ਟੱਬਰਦਾਰੀ ਦੇ ਟੁੱਟਣ ਵਿੱਚ ਵੀ ਇਵੇਂ ਹੀ ਵਾਪਰਦਾ ਹੈ। ਧੰਨਵਾਦ। ਮਾਂ ਤੇ ਬੱਚੇ। ਬੱਚੇ ਵਿਆਹੇ ਗਏ ਸਨ, ਦੂਰ ਦੁਰਾਡੀਆਂ ਥਾਵਾਂ 'ਤੇ ਚਲੇ ਗਏ ਸਨ। ਪਤੀ ਆਪਣੇ ਕੰਮਾਂ 'ਚ ਰੁੱਝਿਆ ਹੋਇਆ ਸੀ। ਮਾਂ ਉਦਾਸ ਸੀ। ਢਹਿੰਦੀ ਕਲਾ ਨੇ ਘੇਰ ਲਿਆ। ਇੱਕ ਦਿਨ ਉਸ ਵਿੱਚੋਂ ਜਿਉਣ ਦੀ ਇੱਛਾ ਹੀ ਮੁੱਕ ਗਈ। ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਸਮੇਂ ਸਿਰ ਪਤਾ ਲੱਗ ਗਿਆ। ਗੁਆਂਢੀ ਹਸਪਤਾਲ ਲੈ ਗਏ। ਠੀਕ ਹੋਣ ਲੱਗ ਪਈ। ਮਾਨਸਿਕ ਰੋਗ ਦਾ ਢਹਿੰਦੀ ਕਲਾ ਦਾ ਇਲਾਜ ਚੱਲ ਰਿਹਾ ਸੀ। ਇੱਕ ਦਿਨ ਮਾਂ ਨੇ ਡਾਕਟਰ ਨੂੰ ਕਿਹਾ, ਹੁਣ ਮੈਂ ਠੀਕ ਹਾਂ। ਉਹਨੇ ਆਪਣੇ ਬੱਚਿਆਂ ਕੋਲ ਜਾਣ ਲਈ 1 ਹਫ਼ਤੇ ਦਾ ਪਾਸ ਮੰਗਿਆ। ਉਹ ਖੁਸ਼ ਨਜ਼ਰ ਆ ਰਹੀ ਸੀ, ਪਰ ਪਾਸ ਲੈਣ ਦਾ ਅਸਲ ਉਦੇਸ਼ ਖੁਦਕੁਸ਼ੀ ਦੀ ਇੱਕ ਹੋਰ ਕੋਸ਼ਿਸ਼ ਕਰਨਾ ਸੀ। ਉਹ ਠੀਕ ਹੋਣ ਬਾਰੇ ਝੂਠ ਬੋਲ ਰਹੀ ਸੀ। ਪਤਾ ਇਵੇਂ ਲੱਗਿਆ ਕਿ ਜਦੋਂ ਡਾਕਟਰ ਨੇ ਪੁੱਛਿਆ ਕਿ ਉਹਨੇ ਭਵਿੱਖ ਬਾਰੇ ਕੀ ਸੋਚਿਆ ਤਾਂ ਉਹਦਾ ਚਿਹਰਾ ਉਦਾਸ ਹੋ ਗਿਆ। ਚਿਹਰੇ ਉੱਤੇ ਮੌਤ ਦੀ ਇੱਕ ਪਰਤ ਛਾ ਗਈ। ਡਾਕਟਰ ਨੂੰ ਪਤਾ ਸੀ ਕਿ ਖੁਦਕੁਸ਼ੀ ਵਿੱਚ ਅਸਫਲ ਹੋਣ ਵਾਲੇ ਲੋਕ ਫਿਰ ਕੋਸ਼ਿਸ਼ ਕਰਦੇ ਹਨ। ਜੇ ਆਤਮਘਾਤੀ ਬਿਰਤੀ ਵਾਲੇ ਵਿਅਕਤੀ ਨੂੰ ਮੁਸਕਰਾਉਣ ਲਈ ਕਹੋ ਤਾਂ ਉਹ ਕੋਸ਼ਿਸ਼ ਕਰਕੇ ਵੀ ਸਫਲ ਨਹੀਂ ਹੋਏਗਾ। ਜੇ ਮੁਸਕਰਾਏਗਾ ਤਾਂ ਉਹ ਵਿਅੰਗਮਈ ਮੁਸਕਰਾਹਟ ਹੋਏਗੀ, ਉਹ ਸਧਾਰਨ ਮੁਸਕਰਾਹਟ ਨਹੀਂ ਹੋਏਗੀ। ਡਾਕਟਰ ਸਾਰੀ ਸਥਿਤੀ ਨੂੰ ਭਲੀ ਭਾਂਤ ਜਾਣਦਾ ਸੀ। ਡਾਕਟਰ ਨੇ ਪਾਸ ਨਾ ਦਿੱਤਾ ਤੇ ਬੱਚਿਆਂ ਨੂੰ ਕਿਹਾ ਕਿ ਉਹ ਆ ਕੇ ਮਿਲ ਜਾਣ ਤੇ ਜੇ ਹੋ ਸਕੇ ਤਾਂ ਨਾਲ ਲੈ ਜਾਣ। ਮਾਂ ਨੇ ਠੀਕ ਤਾਂ ਬੱਚਿਆਂ ਨਾਲ ਰਹਿਣ ਨਾਲ ਹੀ ਹੋਣਾ ਸੀ। ਧੰਨਵਾਦ। ਚਾਪਲੂਸ। ਅਰਿਸਟਿਪਸ ਹੈ ਤਾਂ ਫਿਲਾਸਫਰ ਸੀ, ਪਰ ਉਸਨੇ ਬਾਦਸ਼ਾਹ ਦਾ ਦਰਬਾਰੀ ਬਣ ਕੇ ਆਪਣਾ ਜੀਵਨ ਸੁਖਾਲਾ ਕਰ ਲਿਆ ਸੀ। ਦਰਬਾਰੀ ਤੋਂ ਭਾਵ ਚਾਪਲੂਸ ਬਣਨਾ ਹੁੰਦਾ ਹੈ। ਉਸ ਜ਼ਮਾਨੇ ਦੇ ਸਭ ਤੋਂ ਪ੍ਰਸਿੱਧ ਫਿਲਾਸਫਰ ਡਾਇਓਜਨੀਸ ਨੂੰ ਮਿੱਟੀ ਝਾੜ ਕੇ ਗੋਂਗਲੂ ਖਾਂਦਿਆਂ ਵੇਖ ਕੇ ਅਰਿਸਟਿਪਸ ਨੇ ਕਿਹਾ, ਜੇ ਬਾਦਸ਼ਾਹ ਦੀ ਚਾਪਲੂਸੀ ਕਰਨੀ ਸਿੱਖ ਲੈਂਦਾ ਤਾਂ ਗੋਂਗਲੂ ਨਹੀਂ ਸੀ ਖਾਣੇ ਪੈਣੇ। ਡਾਇਓਜਨੀਸ ਨੇ ਉੱਤਰ ਦਿੱਤਾ, ਜੇ ਤੂੰ ਗੋਂਗਲੂ ਖਾਣੇ ਸਿੱਖ ਲੈਂਦਾ ਤਾਂ ਤੈਨੂੰ ਬਾਦਸ਼ਾਹ ਦੀ ਚਾਪਲੂਸੀ ਕਰਨ ਦੀ ਲੋੜ ਨਹੀਂ ਸੀ ਪੈਣੀ। ਧੰਨਵਾਦ। ਵਗਦਾ ਪਾਣੀ।
ਸੂਖਮ ਭਾਵਨਾਵਾਂ ਵਾਲਾ ਇੱਕ ਉਦਾਸ ਵਿਅਕਤੀ ਵਗਦੇ ਪਾਣੀ ਵਿੱਚ ਵੱਟੇ ਮਾਰ ਰਿਹਾ ਸੀ। ਉਂਝ ਉਹ ਉਦਾਸ ਸੀ, ਪਰ ਵਗਦੇ ਪਾਣੀ ਨੇ ਉਸ ਦਾ ਧਿਆਨ ਮੱਲਿਆ ਹੋਇਆ ਸੀ। ਵਗਦਾ ਪਾਣੀ ਜੀਵਨ ਪ੍ਰਵਾਹ ਦਾ ਪ੍ਰਤੀਕ ਹੁੰਦਾ ਹੈ। ਵੱਟੇ ਪਾਣੀ ਵਿੱਚ ਡੁੱਬ ਰਹੇ ਸਨ। ਉਸ ਦੀ ਆਪ ਡੁੱਬਣ ਦੀ ਇੱਛਾ ਨੂੰ ਵੱਟੇ ਪੂਰੀ ਕਰ ਰਹੇ ਸਨ। ਉਹ 2 ਘੰਟੇ ਵਗਦੇ ਪਾਣੀ ਦੇ ਕਿਨਾਰੇ ਬਹਿ ਕੇ ਵਾਪਸ ਆ ਗਿਆ। ਉਹਨੇ ਕਿੰਨੇ ਹੀ ਵੱਟਿਆਂ ਦੀ ਖੁਦਕੁਸ਼ੀ ਵੇਖ ਲਈ ਸੀ। ਧੰਨਵਾਦ। ਇਸਤਰੀਆਂ ਦਾ ਪ੍ਰਵੇਸ਼। ਅਮਰੀਕਾ ਦੇ ਮੁਕਾਬਲੇ ਯੂਰਪ ਵਿੱਚ ਨਸਲੀ ਵਿਤਕਰਾ ਵਧੇਰੇ ਹੈ। ਇੱਕ ਪ੍ਰਸਿੱਧ ਬੈਂਡ ਕੰਪਨੀ ਨੇ ਮੁੱਖ ਢੋਲੀ ਨਿਯੁਕਤ ਕਰਨਾ ਸੀ। ਪਰਦੇ ਵਾਲੀ ਪਰਖ ਵਿੱਚ ਇੱਕ ਨੂੰ ਮੁੱਖ ਢੋਲੀ ਤਾਂ ਭਰਤੀ ਕਰ ਲਿਆ ਗਿਆ, ਪਰ ਕੰਪਨੀ ਨੂੰ ਉਹਦਾ ਔਰਤ ਹੋਣਾ ਪ੍ਰਵਾਨ ਨਹੀਂ ਸੀ, ਕਿਉਂਕਿ ਆਦਮੀਆਂ ਵਾਲਾ ਸਾਜ਼ ਇੱਕ ਔਰਤ ਵਜੋਂ ਵਜਾਉਣ ਨਾਲ ਬੈਂਡ ਦਾ ਰੋਹਬ ਨਹੀਂ ਸੀ ਪੈਂਦਾ। ਕੰਪਨੀ ਨੇ ਔਰਤ ਨੂੰ ਢੋਲੀ ਤਾਂ ਰੱਖ ਲਿਆ, ਪਰ ਮੁੱਖ ਢੋਲੀ ਨਾ ਬਣਾਇਆ। ਇਸਤਰੀ ਨੇ ਹੋਰ ਰਿਆਜ਼ ਕਰਨ ਲਈ 1 ਸਾਲ ਦੀ ਮੋਹਲਤ ਮੰਗੀ। ਸਾਲ ਮਗਰੋਂ ਵੀ ਕੰਪਨੀ ਉਸ ਨੂੰ ਪਹਿਲਾ ਦਰਜਾ ਦੇਣ ਤੋਂ ਇਨਕਾਰੀ ਸੀ। ਕੰਪਨੀ ਨੇ ਕਿਹਾ ਜ਼ੋਰ ਨਾਲ ਢੋਲ ਵਜਾਉਣ ਨਾਲ ਉਹਦਾ ਸਾਹ ਫੁੱਲਦਾ ਹੈ, ਜਿਸ ਕਾਰਨ ਬੈਂਡ ਦੀ ਕਾਰਗੁਜ਼ਾਰੀ ਪ੍ਰਭਾਵਿਤ ਹੁੰਦੀ ਹੈ। 8 ਸਾਲ ਮੁਕੱਦਮਾ ਚੱਲਿਆ। ਕੰਪਨੀ ਆਪਣਾ ਤਰਕ ਬਦਲਦੀ ਰਹੀ। ਇੱਕ ਪੜਾਅ 'ਤੇ ਕੰਪਨੀ ਨੇ ਕਿਹਾ ਇਸ 'ਤੇ ਭਰੋਸਾ ਨਹੀਂ ਕੀਤਾ ਜਾ ਸਕਦਾ। ਅਦਾਲਤ ਨੇ ਕਿਹਾ ਇਹ ਤਰਕ ਬਕਵਾਸ ਹੈ। ਕੰਪਨੀ ਨੇ ਫਿਰ ਕਿਹਾ ਇਸ ਵਿੱਚ ਢੋਲ ਵਜਾਉਣ ਦੀ ਸਰੀਰਕ ਸ਼ਕਤੀ ਨਹੀਂ ਹੈ। ਅਦਾਲਤ ਨੇ ਟੈਸਟਾਂ ਲਈ ਹਸਪਤਾਲ ਭੇਜਿਆ, ਜਿੱਥੇ ਉਸ ਵੱਲੋਂ ਆਕਸੀਜਨ ਅੰਦਰ ਖਿੱਚਣ ਦੀ ਅਤੇ ਹੱਥਾਂ ਦੀ ਤਾਕਤ ਪਰਖੀ ਗਈ। 8 ਸਾਲ ਮਗਰੋਂ ਕੰਪਨੀ ਨੂੰ ਅੱਵਲ ਅਹੁਦਾ ਦੇਣਾ ਪਿਆ, ਪਰ ਕੰਪਨੀ ਨੇ ਉਸ ਨੂੰ ਆਦਮੀਆਂ ਬਰਾਬਰ ਤਨਖਾਹ ਦੇਣ ਤੋਂ ਇਨਕਾਰ ਕੀਤਾ। ਇਹ ਨਵਾਂ ਮੁਕੱਦਮਾ 5 ਸਾਲ ਚੱਲਿਆ। ਅਦਾਲਤ ਨੇ ਇਸਤਰੀ ਨੂੰ ਬਣਦੇ ਸਾਰੇ ਹੱਕ ਦਿਵਾਏ। ਇਸ ਦਲੇਰ ਇਸਤਰੀ ਨੇ ਮੁਕੱਦਮੇ ਲੜ ਕੇ ਸੰਗੀਤ ਦੇ ਖੇਤਰ ਵਿੱਚ ਇਸਤਰੀਆਂ ਦੇ ਪ੍ਰਵੇਸ਼ ਲਈ ਸਭ ਰੋਕਾਂ ਦੂਰ ਕਰਵਾਈਆਂ। ਧੰਨਵਾਦ। ਥਿੜਕਣਾ। ਅਮਰੀਕਨ ਰਾਸ਼ਟਰਪਤੀ ਲਿੰਕਨ ਅਧੀਨ ਅਮਰੀਕਾ ਵਿੱਚ ਗੁਲਾਮੀ ਦੇ ਖਾਤਮੇ ਲਈ ਚੱਲ ਰਹੀ ਖਾਨਾ ਜੰਗੀ ਦੌਰਾਨ ਇੱਕ ਫੈਸਲਾਕੁੰਨ ਲੜਾਈ ਵਿੱਚ ਬਹਾਦਰ ਜਰਨੈਲ ਹੁਕਰ ਨੂੰ ਲਿੰਕਨ ਨੇ ਕਿਹਾ ਜਲਦਬਾਜ਼ੀ ਤੋਂ ਬਚਣਾ, ਸੁਚੇਤ ਰਹਿਣਾ। ਹੁਕਰ ਨੇ ਜਿਹੜੀ ਰੋਜ਼ ਵਿਸਕੀ ਪੀਂਦਾ ਸੀ ਉਹ ਨਾ ਪੀਤੀ। ਉਹਨੂੰ ਭਰੋਸਾ ਸੀ ਕਿ ਉਹਨੂੰ ਕਈ ਲੜਾਈਆਂ ਦਾ ਤਜਰਬਾ ਸੀ, ਸੋ ਠੀਕ ਫੈਸਲੇ ਹੀ ਕਰੇਗਾ। ਪਰ ਜਦੋਂ ਫੈਸਲਾ ਕਰਨ ਦੀ ਘੜੀ ਆਈ ਤਾਂ ਉਹ ਥਿੜਕ ਗਿਆ। ਜਦੋਂ ਦਹਾੜ ਮਾਰਨੀ ਸੀ ਆਵਾਜ਼ ਹੀ ਨਾ ਨਿਕਲੀ। ਖਾਣ ਪੀਣ ਦੀਆਂ ਆਦਤਾਂ ਵਿੱਚ ਤਬਦੀਲੀ ਉਦੋਂ ਕਰਨੀ ਚਾਹੀਦੀ ਹੈ ਜਦੋਂ ਵੱਡੇ ਫੈਸਲੇ ਜਾਂ ਵੱਡੇ ਕੰਮ ਦਾ ਦਬਾਅ ਨਾ ਹੋਵੇ। ਸਰੀਰ ਨੂੰ ਵਿਸ਼ੇਸ਼ ਖੁਰਾਕ ਅਨੁਸਾਰ ਵਿਸ਼ੇਸ਼ ਢੰਗ ਨਾਲ ਵਿਚਰਨ ਦੀ ਆਦਤ ਹੁੰਦੀ ਹੈ। ਇਸ ਵਿੱਚ ਵਿਘਨ ਨਹੀਂ ਪਾਉਣਾ ਚਾਹੀਦਾ। ਵਿਘਨ ਪਾਉਣ ਨਾਲ ਗਲਤੀਆਂ ਹੁੰਦੀਆਂ ਹਨ। ਧੰਨਵਾਦ। ਮੂਰਤੀ। ਇੱਕ ਮੁਸਲਮਾਨ ਦੇ ਪ੍ਰਸਿੱਧ ਸ਼ੋਰੂਮ ਦਾ ਮੱਥਾ ਸ਼ੀਸ਼ੇ ਦਾ ਬਣਿਆ ਹੋਇਆ ਸੀ। ਆਲੇ ਦੁਆਲੇ ਦੇ ਹਿੰਦੂ ਦੁਕਾਨਦਾਰ ਵੱਟੇ ਮਾਰ ਕੇ ਸ਼ੀਸ਼ੇ ਤੋੜ ਦਿੰਦੇ ਸਨ। ਸ਼ੋਰੂਮ ਦੇ ਮਾਲਕ ਨੇ ਦੁਕਾਨ ਦੇ ਮੱਥੇ ਵਿਚਕਾਰ ਗਣੇਸ਼ ਦੀ ਮੂਰਤੀ ਲਾ ਦਿੱਤੀ। ਪੱਥਰ ਵੱਟੇ ਵੱਜਣੋਂ ਬੰਦ ਹੋ ਗਏ। ਧੰਨਵਾਦ। ਸਿਦਕ। ਇੰਗਲੈਂਡ ਦੀ ਲੜਕੀ ਇਲਿਜ਼ਬੈਥ ਗੈਰਟ ਐਂਡਰਸਨ ਨੇ 19ਵੀਂ ਸਦੀ ਦੇ 6ਵੇਂ ਦਹਾਕੇ ਵਿੱਚ 10 ਸਾਲ ਦੀ ਉਮਰ ਵਿੱਚ ਡਾਕਟਰ ਬਣਨ ਦਾ ਫੈਸਲਾ ਕੀਤਾ। ਪਰਿਵਾਰ ਨੇ ਵਿਰੋਧ ਕੀਤਾ, ਕਿਉਂਕਿ ਮਾਪੇ ਨਹੀਂ ਚਾਹੁੰਦੇ ਸਨ ਕਿ ਉਹਨਾਂ ਦੀ ਧੀ ਪੁਰਸ਼ਾਂ ਨਾਲ ਆਪਰੇਸ਼ਨ ਕਰੇ। ਗੈਰਟ ਦੀ ਅੜੀ ਅੱਗੇ ਮਾਪੇ ਝੁਕੇ। ਪੜ੍ਹਾਈ ਉਪਰੰਤ ਸਿਖਲਾਈ ਲਈ ਉਸਨੇ ਕਿਸੇ ਡਾਕਟਰ ਨਾਲ ਕੰਮ ਕਰਨਾ ਸੀ। ਕੋਈ ਡਾਕਟਰ ਮੰਨਿਆ ਹੀ ਨਾ, ਕਿਉਂਕਿ ਡਾਕਟਰ ਸਮਝਦੇ ਸਨ ਕਿ ਗੰਭੀਰ ਜ਼ਖਮਾਂ ਨੂੰ ਅਤੇ ਖੂਨ ਦਾ ਵਹਿਣਾ ਉਹ ਵੇਖ ਨਹੀਂ ਸਕੇਗੀ। ਉਸਦੇ ਕਲਾਸ ਵਿੱਚ ਬੈਠੇ ਹੋਣ ਦੀ ਸੂਰਤ ਵਿੱਚ ਲੜਕੇ ਕਲਾਸ ਨਹੀਂ ਸੀ ਲਾਉਂਦੇ। ਕੁਝ ਡਾਕਟਰਾਂ ਨੇ ਉਸਨੂੰ ਕਲਾਸ ਤੋਂ ਬਾਹਰ ਨਿੱਜੀ ਰੂਪ ਵਿੱਚ ਪੜ੍ਹਾਉਣਾ ਆਰੰਭ ਕੀਤਾ। ਫਿਰ ਉਸਨੂੰ ਵਾਰਡ ਵਿੱਚ ਕੰਮ ਦੀ ਸਿਖਲਾਈ ਲਈ ਭਰਤੀ ਹੋਣ ਲਈ ਮੁਸ਼ਕਿਲ ਹੋਈ। ਮਰੀਜ਼ ਉਹ ਤੋਂ ਇਲਾਜ ਕਰਵਾਉਣ ਲਈ ਤਿਆਰ ਨਹੀਂ ਸਨ। ਵਾਰਡ ਵਾਲੀ ਸਿਖਲਾਈ ਉਹਨੇ ਡਾਕਟਰ ਹੁੰਦਿਆਂ ਨਰਸ ਵਾਲਾ ਲਿਬਾਸ ਪਹਿਨ ਕੇ ਕੀਤੀ। ਸਾਰੀਆਂ ਰੁਕਾਵਟਾਂ ਅਤੇ ਮੁਸ਼ਕਿਲਾਂ ਦੇ ਬਾਵਜੂਦ ਉਹ ਡਾਕਟਰ ਬਣੀ। ਇੰਗਲੈਂਡ ਦੀ ਪਹਿਲੀ ਮਹਿਲਾ ਡਾਕਟਰ।
ਉਹਦੀ ਦ੍ਰਿੜਤਾ ਤੇ ਸਿਦਕ ਨੇ ਮਹਿਲਾਵਾਂ ਲਈ ਇੰਗਲੈਂਡ ਦੇ ਮੈਡੀਕਲ ਕਾਲਜਾਂ ਦੇ ਬੰਦ ਗੇਟ ਤੋੜ ਦਿੱਤੇ ਸਨ। ਧੰਨਵਾਦ। ਲਿਖਤੀ ਟਿੱਪਣੀ। ਪ੍ਰਸਿੱਧ ਕਹਾਣੀਕਾਰ ਮੰਟੋ ਨੇ ਆਪਣੇ ਸਮਕਾਲੀ ਰਜਿੰਦਰ ਸਿੰਘ ਬੇਦੀ ਦੀ ਇੱਕ ਕਹਾਣੀ 'ਤੇ ਟਿੱਪਣੀ ਵਾਲੀ ਚਿੱਠੀ 'ਚ ਲਿਖਿਆ, ਬੇਦੀ, ਤੇਰੀ ਮੁਸ਼ਕਿਲ ਇਹ ਹੈ ਕਿ ਤੂੰ ਕਹਾਣੀ ਤੋਂ ਪਹਿਲਾਂ ਵੀ ਸੋਚਦਾ ਹੈ, ਲਿਖਣ ਦੌਰਾਨ ਵੀ ਸੋਚਦਾ ਹੈ ਅਤੇ ਲਿਖ ਕੇ ਵੀ ਸੋਚਦਾ ਰਹਿੰਦਾ, ਜਿਹਦਾ ਮਤਲਬ ਸੀ ਕਿ ਤੈਨੂੰ ਕਹਾਣੀ ਲਿਖਣੀ ਨਹੀਂ ਆਉਂਦੀ। ਬੇਦੀ ਨੇ ਮੰਟੋ ਨੂੰ ਲਿਖਿਆ, ਤੇਰੀ ਮੁਸ਼ਕਿਲ ਇਹ ਹੈ, ਨਾ ਤੂੰ ਪਹਿਲਾਂ ਸੋਚਦਾ, ਨਾ ਲਿਖਦਿਆਂ ਸੋਚਦਾ, ਨਾ ਲਿਖ ਕੇ ਸੋਚਦਾ। ਇਸ ਜਵਾਬ ਪਿੱਛੋਂ ਦੋਹਾਂ ਦੀ ਕੱਟੀ ਹੋ ਗਈ। ਇਹ ਗੱਲ ਲਿਖਣ ਦੀ ਲੋੜ ਨਹੀਂ ਸੀ। ਕਈ ਗੱਲਾਂ ਬੋਲ ਕੇ ਕਹਿਣ ਲਈ ਹੁੰਦੀਆਂ ਹਨ। ਜੇ ਇਹ ਗੱਲ ਆਪਸ ਵਿੱਚ ਬੋਲ ਕੇ ਕਹੀ ਗਈ ਹੁੰਦੀ ਤਾਂ ਨਾਰਾਜ਼ਗੀ ਨਹੀਂ ਸੀ ਹੋਣੀ। ਇਸ ਨਾਲ ਦੋਹਾਂ ਨੇ ਹੱਸ ਪੈਣਾ ਸੀ। ਧੰਨਵਾਦ। ਸੰਨਿਆਸ। ਇੱਕ ਵਪਾਰੀ ਸੰਨਿਆਸੀਆਂ ਨੂੰ ਪੂਜਦਾ ਸੀ, ਸੇਵਾ ਕਰਦਾ ਸੀ, ਆਪਣੇ ਘਰ ਰੱਖਦਾ ਸੀ। ਸੰਨਿਆਸੀਆਂ ਲਈ ਉਹਨੇ ਆਪਣੇ ਘਰ ਵਿੱਚ 2 ਕਮਰਿਆਂ ਦਾ ਸੈੱਟ ਬਣਵਾਇਆ ਹੋਇਆ ਸੀ। ਸੰਨਿਆਸੀਆਂ ਦੇ ਪ੍ਰਵਚਨ ਸੁਣ ਸੁਣ ਕੇ ਵਪਾਰੀ ਦੇ ਆਪਣੇ ਪੁੱਤਰ ਨੇ ਸੰਨਿਆਸ ਲੈਣ ਦਾ ਫੈਸਲਾ ਕੀਤਾ। ਪਿਤਾ ਨੇ ਕਿਹਾ, ਤੇਰੇ ਸੰਨਿਆਸੀ ਬਣਨ ਨਾਲ ਪਰਿਵਾਰ ਬਰਬਾਦ ਹੋ ਜਾਏਗਾ, ਵਪਾਰ ਮੁੱਕ ਜਾਏਗਾ। ਇਹਨਾਂ ਦਿਨਾਂ 'ਚ ਇੱਕ ਸੰਨਿਆਸੀ ਆਇਆ। ਸੰਨਿਆਸੀ ਨੂੰ ਸ਼ਰਧਾਲੂ ਪਿਤਾ ਨੇ ਕਿਹਾ, ਇਸ ਪਾਗਲ ਨੂੰ ਸਮਝਾਓ ਇਹ ਸੰਨਿਆਸੀ ਨਾ ਬਣੇ। ਧੰਨਵਾਦ। ਮਹੱਤਵ। ਵਿਗਿਆਨ ਧਰਮ ਨੂੰ ਨਹੀਂ ਮਾਰ ਸਕੇਗਾ। ਵਿਗਿਆਨ ਦਾ ਸੰਬੰਧ ਵਿਕਾਸ ਨਾਲ ਹੈ, ਧਰਮ ਦਾ ਸੰਬੰਧ ਦੁੱਖ ਸੁੱਖ ਨਾਲ ਹੈ, ਮੌਤ ਨਾਲ ਹੈ। ਵਿਗਿਆਨ ਜਿੰਨਾ ਵਧੇਗਾ ਉਨੇ ਹੀ ਦੁੱਖ ਵਧਣਗੇ। ਵਿਗਿਆਨ ਨੇ ਵਿਕਾਸ ਕੀਤਾ ਹੈ, ਦੁੱਖ ਘਟੇ ਨਹੀਂ, ਵਧੇ ਹੀ ਹਨ। ਦੁੱਖ ਕਦੇ ਖਤਮ ਨਹੀਂ ਹੋਣਗੇ। ਸੋ ਧਰਮ ਦੀ ਲੋੜ ਤੇ ਇਸ ਦਾ ਮਹੱਤਵ ਬਣਿਆ ਰਹੇਗਾ। ਅਸੀਂ ਬੜਾ ਵਿਕਾਸ ਕਰਾਂਗੇ ਪਰ ਰਹਾਂਗੇ ਦੁਖੀ। ਅਸੀਂ ਦੁਖੀ ਹੋਣ ਦੇ ਨਵੇਂ-ਨਵੇਂ ਢੰਗ ਲੱਭ ਲਵਾਂਗੇ। ਮਨੁੱਖ ਦੀ ਰੱਖਿਆ ਧਰਮ ਕਰੇਗਾ। ਪਰਮਾਤਮਾ ਹੀ ਮਨੁੱਖ ਦੀ ਅੰਤਮ ਧਰਵਾਸ ਬਣੇਗਾ। ਧਰਮ ਵੀ ਬਦਲੇਗਾ ਪਰ ਇਹ ਮਰੇਗਾ ਨਹੀਂ। ਧੰਨਵਾਦ। ਹਾਰਵਰਡ ਯੂਨੀਵਰਸਿਟੀ। ਹਾਰਵਰਡ ਯੂਨੀਵਰਸਿਟੀ ਨੂੰ ਸੰਸਾਰ ਦੀ ਸਭ ਤੋਂ ਪ੍ਰਸਿੱਧ ਯੂਨੀਵਰਸਿਟੀ ਮੰਨਿਆ ਜਾਂਦਾ ਹੈ। ਹਾਰਵਰਡ ਵਿੱਚ ਪੜ੍ਹਨ ਨਾਲ ਵਿਦਿਆਰਥੀ ਲਾਇਕ ਨਹੀਂ ਹੋ ਜਾਂਦੇ, ਇੱਥੇ ਦਾਖਲ ਹੀ ਲਾਇਕ ਹੁੰਦੇ ਹਨ। ਜੌਨ ਚੀਵਰ ਨੂੰ ਹਾਰਵਰਡ ਯੂਨੀਵਰਸਿਟੀ ਨੇ ਕੱਢ ਦਿੱਤਾ। ਚੀਵਰ ਜਦੋਂ ਕੱਢਿਆ ਗਿਆ ਤਾਂ ਉਹਨੇ ਆਪਣੇ ਕੱਢੇ ਜਾਣ ਦੀ ਕਹਾਣੀ ਲਿਖੀ ਅਤੇ ਸਿਰਲੇਖ ਰੱਖਿਆ, ਕੱਢਿਆ ਗਿਆ। ਛਾਪਣ ਲਈ ਉਹਨੇ ਇਹ ਕਹਾਣੀ ਨਿਲਾਮੀ ਰਾਹੀਂ ਬੜੀ ਮਹਿੰਗੀ ਵੇਚੀ। ਉਹ ਇਸ ਕਹਾਣੀ ਨਾਲ ਹੀ ਪ੍ਰਸਿੱਧ ਹੋ ਗਿਆ ਕਿਉਂਕਿ ਕਹਾਣੀ ਦਾ ਸੰਬੰਧ ਹਾਰਵਰਡ ਯੂਨੀਵਰਸਿਟੀ ਨਾਲ ਸੀ। ਧੰਨਵਾਦ।